19 ਦਸੰਬਰ शनिचरवार की शाम है। प्रोग्राम देश प्रदेश के सारे ही दर्शकों को बलजिंदर सिंह अटवाल वालों सत श्री अकाल। आप सारे का ही प्रोग्राम के विच निघा ते हार्दिक स्वागत है। हॉलीडे सीजन आ गया है, क्रिसमस आ गई है। हैप्पी हॉलीडेज़ अते मैरी क्रिसमस आप सारे के वास्ते बहुत बहुत शुभ शामां। ऐतकी का यह सीजन जोड़ा है वक्री किस्म का होगा। कोई वड्डियां पार्टियां नहीं होणगियां, गैदरिंग्स नहीं होणगियां। हाँ, आपो अपने परिवारों के विच आपां इंजॉय कर सकते हैं। बाकी चंगी खबर है कि कोविड-19 की वैक्सीन आ गई है तो ये लगनी शुरू हो चुकी है कई कंट्रीज़ के विच अते अपने भी इत्थे आ गई है। तो हौली हौली आस रखते हाँ तो दुआ भी करते हाँ कि आउंदियां समर तक आम वर्गा माहौल हो जाए। बाकी किसानी संघर्ष सिखरां ते है और इस दे नाल संबंधित गीत संगीत भी अज के प्रोग्राम में शामिल करांगे। एक विशेष गलबात एक इंटरव्यू प्रसारित की जाएगी। देश प्रदेश टैलीविजन का मोहाली दे विच भी स्टूडियो बन गया है, उत्थों एक इंटरव्यू प्रसारित की जाएगी। प्रोग्राम की शुरुआत करते हैं अपने लड़ीवार धार्मिक सैगमेंट के नाल, जिस दे विच जपजी साहब की 31वीं पौड़ी का पाठ और व्याख्या सरवण करते हैं भाई सरबजीत सिंह जी धुंदा होना तो। आसण लोए लोए भंडार, जो किछ पाया सो एका बार। कर कर वेखै सिरजणहार, नानक सच्चे की साची कार। आदेश तिसै आदेश, आद अनील अनाद अनाहत। जुग जुग एको बेस। वाहिगुरू जी का खालसा, वाहिगुरू जी की फतेह। गुरु प्यारी साध संगत जी, जप बाणी की चल रही लड़ीवार विचार विच अज आपां 31 नंबर पौड़ी का पाठ सरवण किया है। तो गुरुदेव जी ने इन्हां 4 पौड़ियां ਦੀਆਂ ਅਖੀਰਲੀਆਂ ਜਿਹੜੀਆਂ ਪੰਕਤੀਆਂ ਨੇ ਉਹਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਹੈ ਕਿ ਭਾਈ ਭਾਵੇਂ ਉਹ ਜੋਗੀ ਸਨ, ਭਾਵੇਂ ਵਿਪਰ ਵੱਲੋਂ ਪਾਇਆ ਭੁਲੇਖਾ ਸੀ, ਕਹਿੰਦੇ ਭਾਈ ਉਹਦੇ ਨਾਲ ਸਾਂਝ ਪਾਓ ਜਿਹੜਾ ਆਦ ਹੈ, ਭਾਵ ਆਦ ਜਿਹੜਾ ਮੁੱਢ ਤੋਂ ਹੈ, ਅਨੀਲ ਜਿਹੜਾ ਦਾਗ ਤੋਂ ਰਹਿਤ ਹੈ, ਅਨਾਦ ਜਿਹਦਾ ਮੁੱਢ ਕੋਈ ਨਹੀਂ, ਅਨਾਹਤ ਜਿਹੜਾ ਹੱਤਿਆ ਤੋਂ ਰਹਿਤ ਤੇ ਨਾਸ਼ ਰਹਿਤ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, जुग जुग एको ਵੇਸ। ਜਿਹੜਾ ਹਰ ਸਮੇਂ ਇੱਕੋ ਜਿਹਾ ਹੈ, ਇਹ ਨਹੀਂ ਵੀ ਸਮੇਂ ਸਮੇਂ 'ਤੇ ਬਦਲਦਾ ਹੈ। ਉਹਦੇ ਨਾਲ ਸਾਂਝ ਪਾਓ ਜਿਹੜਾ ਸਾਡੇ ਹਰ ਇੱਕ ਦੇ ਅੰਦਰ ਸਮਾਇਆ ਹੋਇਆ ਹੈ। ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲੱਗਿਆਂ ਆਪਣੇ ਮਨ ਨੂੰ ਉਸ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਕਰਨਾ ਹੈ ਜਿਹੜਾ ਹਵਾ ਦੀ ਤਰ੍ਹਾਂ ਚੰਚਲ ਹੈ। तो पातशाह जी ने इस पौड़ी में जो 31 नंबर पौड़ी का आप पाठ सरवण किया, ये गुरुदेव जी ने जो विचार बख्शिश की, कहते आसन लोए लोए भंडार, जो किश पाया सो एका बार। हुण इस पौड़ी नूं आपां 30 नंबर पौड़ी नाल जोड़ के वेखीए तो गुरुदेव जी उस मनौत का खंडन करते हैं जिथे ये कहा जा रहा सी भी विष्णु रिजक दिंदा है। गुरुदेव जी कहण लगे इत्थे मालक ने कोई दूजे तीजे महकमे नहीं बनाए भी पैदा कोई होर करे, रिजक कोई होर देवे ते संघारण वाला महकमा किसी होर कोल होवे। कहणगे आसन लोए लोए भंडार, आसन का अर्थ है टिकाणा, ਉਹਦੇ ਭੰਡਾਰਿਆਂ ਦਾ ਟਿਕਾਣਾ ਹਰ ਇੱਕ ਲੋਹ ਵਿੱਚ ਪਿਆ ਹੋਇਆ ਹੈ। ਉਹਨੂੰ ਕੋਈ ਇੱਦਾਂ ਅੱਗੇ ਆਪਣਾ ਮੁਨਸ਼ੀ ਰੱਖਣ ਦੀ ਲੋੜ ਨਹੀਂ, ਅੱਗੇ ਦੂਜਾ ਤੀਜਾ ਮਹਿਕਮਾ ਰੱਖਣ ਦੀ ਲੋੜ ਨਹੀਂ ਵੀ ਭੰਡਾਰਾ ਕੋਈ ਹੋਰ ਚਲਾਵੇ, ਪੈਦਾ ਕੋਈ ਹੋਰ ਕਰੇ ਤੇ ਸੰਘਾਰਨ ਵਾਲਾ ਕੰਮ। ਉਹਨੇ ਫਿਰ ਇਹ ਵੀ ਸ਼ਬਦ ਵਰ ਦਿੱਤਾ ਗੁਰਦੇਵ ਜੀ ਨੇ, ਕਹਿੰਦੇ ਆਸਣ ਲੋਏ ਲੋਏ ਭੰਡਾਰ, ਹਰ ਇੱਕ ਲੋਹ ਵਿੱਚ ਉਹਦਾ ਆਪਣਾ ਭੰਡਾਰਾ ਟਿਕਿਆ ਹੋਇਆ ਹੈ। ਤੇ ਫਿਰ ਉਹ ਭੰਡਾਰੇ ਦੇ ਵਿੱਚੋਂ ਸਮਾਨ ਕਦੀ ਨਹੀਂ ਮੁੱਕਦਾ। ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਕੁਝ ਪਾ ਦਿੱਤਾ ਇੱਕੇ ਵਾਰੀ ਹੈ। ਭਾਵ ਕੀ ਹੈ, ਇਹ ਭੰਡਾਰੇ ਨੇ। ਭਾਵੇਂ ਆਪਾਂ ਇਸ ਧਰਤੀ ਦੀ ਗੱਲ ਕਰੀਏ, ਧਰਤੀ ਵਿੱਚ ਕਿੱਡਾ ਵੱਡਾ ਭੰਡਾਰ ਹੈ, ਇੱਥੋਂ ਕਿੰਨੀ ਬਨਸਪਤੀ ਉੱਗਦੀ ਹੈ, ਕਿੰਨਾ ਕੁਝ ਧਰਤੀ ਵਿੱਚੋਂ ਨਿਕਲਦਾ ਹੈ, ਲੋਹਾ ਧਰਤੀ 'ਚੋਂ ਨਿਕਲਦਾ ਹੈ। ਤੇ ਕੀ ਲੋਹੇ ਦਾ ਭੰਡਾਰਾ ਮੁੱਕ ਗਿਆ ਹੈ? ਕਿੰਨੇ ਔਜ਼ਾਰ ਇਹ ਤੋਂ ਤਿਆਰ ਹੋਏ ਨੇ, ਬਿਲਡਿੰਗਾਂ ਬਣਦੀਆਂ ਨੇ, ਕਿ ਇਹ ਭੰਡਾਰਾ ਮੁੱਕ ਗਿਆ? ਕਿੰਨੇ ਬੀਜ ਪਾਈਦਾ ਤੇ ਕਿੰਨੇ ਬੀਜ ਨੂੰ ਪ੍ਰਫੁੱਲਿਤ ਕਰਦੀ ਹੈ ਧਰਤੀ। ਇਹ ਧਰਤੀ ਕੋਲ ਇੱਕ ਭੰਡਾਰਾ ਹੈ ਪੈਦਾਵਾਰ ਦਾ, ਉਹਦੇ ਤੇ ਆਪਾਂ ਰਹਿ ਰਹੇ ਹਾਂ। ਕਿੰਨੇ ਜੀਵ ਜੰਤੂ ਧਰਤੀ ਤੇ ਰਹਿ ਰਹੇ ਨੇ। ਧਰਤੀ ਵਿੱਚ ਜਿਹੜਾ ਭੰਡਾਰਾ ਹੈ, ਬਾਰ-ਬਾਰ ਉਸ ਮਾਲਕ ਨੂੰ ਨਹੀਂ ਕਹਿਣਾ ਪੈ ਰਿਹਾ ਜੋ ਕੁਛ ਪਾਇਆ ਸੋ ਏਕਾ ਵਾਰ। ਹਵਾ ਇੱਕ ਭੰਡਾਰ ਹੈ, ਅਸੀਂ ਆਕਸੀਜਨ ਵਰਤ ਰਹੇ ਹਾਂ, ਇਹ ਬੜਾ ਵੱਡਾ ਭੰਡਾਰ ਹੈ। ਹੁਣ ਇਹਨੂੰ ਵਿਗਾੜਨਾ ਸਵਾਰਨਾ ਇਹ ਬੰਦੇ ਦੀ ਆਪਣੀ ਮਰਜ਼ੀ ਹੈ। ਭੰਡਾਰਾ ਪਿਆ ਹੈ। ਸੂਰਜ ਕਿੱਡਾ ਵੱਡਾ ਭੰਡਾਰਾ ਹੈ, ਰੌਸ਼ਨੀ ਦਾ ਭੰਡਾਰਾ ਹੈ। ਧਰਤੀ ਵਿੱਚ ਕਿੰਨਾ ਕੁਝ ਪੈਦਾ ਹੋ ਰਿਹਾ, ਇਹ ਭੰਡਾਰ ਪਾਇਆ ਹੋਇਆ। ਹਵਾ ਇੱਕ ਕਿੱਡਾ ਵੱਡਾ ਖਜ਼ਾਨਾ ਭੰਡਾਰ ਹੈ। ਪਾਣੀ ਕਿੱਡਾ ਵੱਡਾ ਭੰਡਾਰ ਹੈ। ਵੱਖਰੀ ਗੱਲ ਹੈ ਸਾਡੀ ਨਲਾਇਕੀ ਨਾਲ ਆਉਣ ਵਾਲੇ ਸਮੇਂ 'ਚ ਕੱਲ੍ਹ ਨੂੰ ਮੁੱਕ ਜਾਏ, ਇਹ ਵੱਖਰੀ ਗੱਲ ਹੈ, ਪਰ ਭੰਡਾਰਾ ਕਿੱਡਾ ਵੱਡਾ ਪਾਇਆ ਹੈ।
ਪਾਤਸ਼ਾਹ ਕਹਿੰਦੇ ਨੇ ਇੱਥੇ ਕੋਈ ਉਹਨੂੰ ਵੱਖਰੇ ਆਪਣੇ ਮਹਿਕਮੇ ਦੇ ਬੰਦੇ ਰੱਖਣ ਦੀ ਲੋੜ ਨਹੀਂ ਸੀ। ਇਹ ਤੇ ਵੱਖਰੀ ਗੱਲ ਹੈ। ਇੱਦਾਂ ਦੇ ਦੇਵੀ ਦੇਵਤੇ ਵੀ ਪ੍ਰਗਟ ਕੀਤੇ ਗਏ, ਭਗਵਾਨ ਵੀ ਪੈਦਾ ਕੀਤੇ ਗਏ ਕਿ ਆਪਣੀ ਮਰਜ਼ੀ ਨਾਲ ਜਦੋਂ ਚਾਹਣ ਉਹ ਸੂਰਜ ਨੂੰ ਚੜ੍ਹਾ ਸਕਦੇ ਸੀ, ਜਦੋਂ ਚਾਹਣ ਉਹ ਚੰਦਰਮਾ ਰੋਕ ਸਕਦੇ ਸੀ। ਇੱਦਾਂ ਦੀਆਂ ਗੱਪ ਕਹਾਣੀਆਂ ਵੀ ਬਹੁਤ ਸੁਣਾਈਆਂ ਗਈਆਂ। ਤਾਂ ਪਾਤਸ਼ਾਹ ਨੇ ਇਸ ਬਾਣੀ ਦੁਆਰਾ ਜੋ ਭਰਮ ਭੁਲੇਖਿਆਂ ਵਿੱਚੋਂ ਕੱਢਿਆ ਸਾਨੂੰ, ਇਸ ਪੌੜੀ ਨੂੰ ਜਦੋਂ ਤੁਸੀਂ 31 ਨੰਬਰ ਪੌੜੀ ਨੂੰ 30 ਨੰਬਰ ਪੌੜੀ ਨਾਲ ਜੋੜ ਕੇ ਵੇਖੋਗੇ ਤਾਂ ਸਤਿਗੁਰੂ ਜੀ ਨੇ ਉਸ ਮਨੌਤ ਦਾ ਖੰਡਨ ਕਰਨ ਲੱਗਿਆਂ ਨਾਲ ਵਿਚਾਰ ਦਿੱਤੇ ਨੇ ਕਿ ਇੱਥੇ ਸਾਨੂੰ ਕਿਸੇ ਵਿਸ਼ਨੂੰ ਦੀ ਜ਼ਰੂਰਤ ਨਹੀਂ ਹੈ ਵੀ ਉਹਦੀ ਮੈਂ ਪੂਜਾ ਕਰਾਂ ਤੇ ਮੈਨੂੰ ਭੰਡਾਰਾ ਮਿਲੇਗਾ। ਉਹਦਾ ਕੁਦਰਤ ਵੱਲੋਂ, ਵਾਹਿਗੁਰੂ ਵੱਲੋਂ, ਮਾਰਕ ਵੱਲੋਂ ਇਹ ਭੰਡਾਰਾ ਇੱਕੇ ਵਾਰੀ ਪਾਇਆ ਹੋਇਆ, ਜੋ ਕੁਛ ਪਾਇਆ ਸੋ ਏਕਾ ਵਾਰ। ਜਿੱਦਣ ਬੰਦਾ ਹਸਪੀਟਲ ਜਾਂਦਾ ਹੈ, 10 ਦਿਨ, ਹਫ਼ਤਾ, 15 ਦਿਨ, ਮਹੀਨਾ ਉੱਥੇ ਦਾਖਲ ਹੁੰਦਾ, ਐਡਮਿਟ ਹੁੰਦਾ, ਜਦੋਂ ਉੱਥੇ ਇਲਾਜ ਕਰਾ ਕੇ ਆਪਣੇ ਘਰ ਆਉਂਦਾ, ਜਿੱਥੇ ਦਵਾਈਆਂ ਦਾ ਬਿੱਲ ਬਣਦਾ, ਆਕਸੀਜਨ ਦਾ ਅਗਲੇ ਬਿੱਲ ਵੀ ਨਾਲ ਪਾਉਂਦੇ ਨੇ। ਫਿਰ ਬੰਦੇ ਨੂੰ ਸਮਝ ਆਉਂਦੀ ਹੈ ਨਾ ਵੀ ਮਾਲਕ ਜੀ, ਮੈਂ ਤੁਹਾਡੇ ਇਸ ਭੰਡਾਰੇ ਵਿੱਚੋਂ 60 ਸਾਲ, 70 ਸਾਲ, 80 ਸਾਲ ਆਕਸੀਜਨ ਦੀ ਵਰਤੋਂ ਕੀਤੀ, ਮੈਨੂੰ ਇੱਕ ਦਿਨ ਵੀ ਬਿੱਲ ਨਹੀਂ ਦੇਣਾ ਪਿਆ। ਅੱਜ ਬੰਦੇ ਵੱਲੋਂ ਬਣਾਈ ਹੋਈ ਮੈਨੂੰ ਆਕਸੀਜਨ ਦੀ ਲੋੜ ਪਈ ਤੇ ਮੈਨੂੰ ਨਾਲ ਬਿੱਲ ਦੇਣਾ ਪਿਆ। ਕਿੱਡਾ ਵੱਡਾ ਤੁਹਾਡਾ ਭੰਡਾਰਾ ਹੈ ਮਾਲਕ ਜੀ। ਸਿਰ ਝੁਕਦਾ ਮਾਲਕ ਜੀ ਤੁਹਾਡੇ ਚਰਨਾਂ ਵਿੱਚ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਜੋ ਕੁਝ ਪਾਉਣਾ ਉਹਨੇ ਇੱਕੇ ਵਾਰ ਪਾਤਾ, ਉਹਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ ਪੈਂਦੀ। ਉਹਦੇ ਬਣਾਏ ਹੋਏ ਸਿਸਟਮ ਮੁਤਾਬਕ ਸਾਰਾ ਕੁਝ ਚੱਲੀ ਜਾ ਰਿਹਾ ਹੈ। ਤਾਂ ਮਾਲਕ ਨੇ ਆਖਿਆ ਸੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਭਾਈ ਇੱਥੇ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤੇ ਘੜ ਕੇ ਸਮਾਜ ਦੇ ਸਾਹਮਣੇ ਰੱਖੇ ਗਏ ਤਾਂ ਕਿ ਵਿਪਰ ਦੀ ਆਪਣੀ ਦੁਕਾਨ ਚੱਲਦੀ ਰਹੇ। ਚਾਹੇ ਉਹ ਵਿਪਰ ਬੋਦੀ ਧੋਤੀ ਵਾਲਾ ਹੋਵੇ, ਚਾਹੇ ਉਹ ਵਿਪਰ ਕਸ਼ਹਿਰੇ ਵਾਲਾ ਹੋਵੇ, ਗਾਤਰੇ ਵਾਲਾ ਹੋ, ਕੋਈ ਵੀ ਹੋਵੇ, ਜਿਹੜਾ ਕਹਿੰਦਾ ਸੀ ਮੈਂ ਦੱਸਾਂਗਾ ਤੁਹਾਨੂੰ, ਮੇਰੇ ਕੋਲ ਆਓ, ਤੁਹਾਡਾ ਮੈਂ ਕਲਿਆਣ ਕਰਾਂਗਾ। ਸਾਹਿਬ ਜੀ ਨੇ ਕਲੀਅਰ ਗੱਲਾਂ ਕਰ ਦਿੱਤੀਆਂ। ਤੋ ਗੁਰੂ ਸਾਹਿਬ ਜੀ ਨੇ ਜਿਹੜੀ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਹੈ ਬਹੁਤ ਹੀ ਨਿੱਗਰ ਤੇ ਕਮਾਲ ਦੀ। ਕਹਿੰਦੇ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਜੋ ਕੁਝ ਪਾਇਆ ਇੱਕੇ ਵਾਰ। ਤੇ ਪਾਤਸ਼ਾਹ ਕਹਿੰਦੇ ਇਹ ਭੰਡਾਰੇ ਇਕੱਲੇ ਬਾਹਰ ਹੀ ਨਹੀਂ ਆ, ਇਹ ਭੰਡਾਰੇ ਆ ਬੰਦੇ ਦੇ ਤੇਰੇ ਅੰਦਰ ਵੀ ਹੈਗੇ ਨੇ। ਤਾਂ ਹੀ ਬਾਣੀ ਚ ਆਖਿਆ ਸੀ ਨਾ, ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਇਹ ਮੇਰਿਆ ਮਨਾ, ਤੇਰੇ ਅੰਦਰ ਬੜਾ ਵੱਡਾ ਖਜ਼ਾਨਾ ਹੈ। ਜਿਹੜੇ ਆਸਣ ਲੋਏ ਲੋਏ ਭੰਡਾਰ, ਬਾਹਰ ਦੀਆਂ ਗੱਲਾਂ ਕਰਕੇ ਧਿਆਨ ਬੰਦੇ ਦੇ ਅੰਦਰ ਵੱਲ ਦਵਾਇਆ ਹੈ। ਤੇਰੇ ਕੋਲ ਆਪਣੇ ਕੋਲ ਖਜ਼ਾਨਾ ਹੈ, ਤੂੰ ਕਿੱਦਾਂ ਵਰਤਣਾ। ਕਿੰਨਾ ਵੱਡਾ ਖਜ਼ਾਨਾ ਹੈ। ਸੰਤੋਖ ਦਾ ਖਜ਼ਾਨਾ ਹੈ, ਦਇਆ ਦਾ ਖਜ਼ਾਨਾ ਹੈ, ਧਰਮ ਦਾ ਖਜ਼ਾਨਾ ਹੈ। ਇਹ ਗੁਣ ਨੇ, ਜਿੰਨੇ ਮਰਜ਼ੀ ਖਜ਼ਾਨੇ ਵਰਤੀ ਜਾ। ਪਾਤਸ਼ਾਹ ਦੀ ਬਾਣੀ ਤੇਰੇ ਇਸ ਭਵਨ ਚੋਂ ਕਿੰਨਾ ਮਾਲ ਲੁੱਟਿਆ ਜਾ ਰਿਹਾ, ਤੇਰਾ ਧਰਮ ਸਤ ਸੰਤੋਖ ਖੋਇਆ ਜਾ ਰਿਹਾ। ਆ ਇਹਨੂੰ ਇਕੱਠਾ ਕਰ ਤੇ ਇਸ ਗੁਣ ਨੂੰ ਜ਼ਿੰਦਗੀ ਵਿੱਚ ਧਾਰਨ ਕਰਕੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ। ਪਾਤਸ਼ਾਹ ਦੀ ਬਾਣੀ ਕਹਿੰਦੀ ਜੇ ਤੁਹਾਨੂੰ ਕੋਈ ਤੁਹਾਡੀ ਕਮਜ਼ੋਰੀ ਦੱਸਦਾ ਹੈ ਨਾ, ਉਹ ਸਾਡਾ ਦੁਸ਼ਮਣ ਨਹੀਂ, ਸਾਡਾ ਮਿੱਤਰ ਹੈ। ਪਰ ਪ੍ਰੋਬਲਮ ਇਹ ਹੈ ਮੈਂ ਦੂਜਿਆਂ ਨੂੰ ਕਮਜ਼ੋਰੀਆਂ ਦੱਸਾਂ, ਆਪਣੀ ਕਮਜ਼ੋਰੀ ਸੁਣਨ ਨੂੰ ਤਿਆਰ ਨਹੀਂ। ਸਰੀਰ ਵਿੱਚ ਵੀ ਸਾਨੂੰ ਕੋਈ ਸਾਡੇ ਨੁਕਸ ਦੱਸਦਾ, ਅਸੀਂ ਧੰਨਵਾਦ ਕਰਦੇ ਹਾਂ ਵੀ ਡਾਕਟਰ ਸਾਹਿਬ ਤੁਹਾਡਾ ਧੰਨਵਾਦ, ਤੁਸੀਂ ਸਾਡੇ ਸਰੀਰ 'ਚ ਕੋਈ ਨੁਕਸ ਕੱਢਿਆ ਵੀ ਇਹ 'ਚ ਆਹ ਪ੍ਰੋਬਲਮ ਹੈ, ਮੈਂ ਹੁਣ ਉਸ ਨੁਕਸ ਨੂੰ ਠੀਕ ਕਰ ਲਈ, ਪਰਹੇਜ਼ ਕਰਾਂਗਾ, ਮੈਡੀਸਨ ਖਾਵਾਂਗਾ ਤੇ ਠੀਕ ਹੋ ਜਾਵਾਂਗਾ। ਜਦੋਂ ਸਾਨੂੰ ਕੋਈ ਸਾਡੇ ਜੀਵਨ 'ਚ ਕਮਜ਼ੋਰੀ ਦੱਸਦਾ ਹੈ, ਪਾਤਸ਼ਾਹ ਦੀ ਬਾਣੀ ਕਹਿੰਦੀ ਸਾਨੂੰ ਦੁਸ਼ਮਣ ਲੱਗਦਾ ਹੈ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਗੁਰੂ ਨੇ ਉਹ ਰਸਤਾ ਵਿਖਾਤਾ ਜਿੱਧਰ ਦੀ ਮਿਰਗ ਚੋਰੀ ਕਰਕੇ ਸਮਾਨ ਲੈ ਕੇ ਜਾਂਦੇ ਸੀ। ਪਾਤਸ਼ਾਹ ਦੀ ਬਾਣੀ ਕਹਿੰਦੀ ਜਿਹੜਾ ਤੇਰੇ ਅੰਦਰ ਖਜ਼ਾਨਾ ਪਿਆ, ਇਹਨੂੰ ਜਿੰਨਾ ਮਰਜ਼ੀ ਵਰਤ। ਇੱਕ ਤੇ ਮੁੱਕਣ ਵਾਲਾ ਹੈ, ਬਹੁਤ ਜ਼ਿਆਦਾ ਹੈ। ਜਿੰਨਾ ਵਰਤੇਗਾ ਓਨਾ ਵਧੇਗਾ। ਗੁਰਦੇਵ ਜੀ ਨੇ ਇੱਥੇ ਉਦਾਹਰਨ ਦੇ ਕੇ ਸਮਝਾਇਆ, ਆਸਣ ਲੋਏ ਲੋਏ ਭੰਡਾਰ। ਜੇ ਬਾਹਰੀ ਤੌਰ ਤੇ ਇੰਨੇ ਭੰਡਾਰੇ ਭਰੇ ਪਏ ਨੇ, ਹਵਾ ਜਿੰਨੀ ਮਰਜ਼ੀ ਵਰਤੀ ਜਾ, ਪਾਣੀ ਕਿੰਨਾ ਕਿੰਨਾ ਖਜ਼ਾਨਾ ਭਰਿਆ ਪਿਆ ਹੈ। ਧਰਤੀ ਕਿਤੇ ਆਂਦੀ ਹੈ ਬਸ ਹੁਣ ਇੱਕ ਵਾਰ ਫਸਲ ਦੇ ਉੱਤੇ ਦੁਬਾਰਾ ਨਹੀਂ ਮੈਂ ਦੇਣੀ, ਉਹਨੂੰ ਸਵਾਰੀ ਜਾ, ਵਾਹੀ ਜਾ, ਵਰਤੀ ਜਾ ਖਜ਼ਾਨਾ ਜਿੰਨਾ ਮਰਜ਼ੀ, ਕਿਤੇ ਮੁੱਕਣ ਵਾਲਾ ਹੈ। ਗੁਰਦੇਵ ਦੀ ਬਾਣੀ ਦਾ ਬਖਸ਼ਿਸ਼ ਭਰਿਆ ਬਚਨ ਹੈ। ਜੇ ਇੰਨੇ ਖਜ਼ਾਨੇ ਉਹਨੇ ਬਾਹਰ, ਏਡੇ ਏਡੇ ਆਸਣ ਲੋਏ ਲੋਏ ਭੰਡਾਰ, ਇੰਨਾ ਕੁਝ ਬਾਹਰ ਟਿਕਾਇਆ ਹੈ, ਇੱਦਾਂ ਤੇਰੇ ਅੰਦਰ ਵੀ ਹੈਗਾ। ਕੋਈ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੇ। ਹੁਣ ਧਰਤੀ 'ਚ ਤੂੰ ਪਾਵੇਂ ਕੁਝ ਨਾ, ਆਪਣੇ ਆਪ ਕਿੱਦਾਂ ਨਿਕਲ ਆਏਗਾ। ਬੀਜ ਪਾਏਗਾ ਤਾਂ ਨਿਕਲੇਗਾ ਨਾ, ਹੈਗਾ ਸਭ ਕੁਝ ਹੀ ਹੈ। ਇੱਦਾਂ ਹੀ ਮਨ ਦੇ ਵਿੱਚ ਕੁਝ ਬੀਜੇਗਾ, ਇੱਥੋਂ ਨਿਕਲੇਗਾ। ਸਭ ਕੁਝ ਹੈ ਤੇਰੇ ਕੋਲ ਬੰਦਿਆ। ਤਾਂ ਆਖਿਆ ਸੀ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਭਾਲ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ, ਆਹ ਚੇਤਾ ਰੱਖਣਾ, ਜੋ ਕਿਛ ਪਾਇਆ ਸੋ ਏਕਾ ਵਾਰ। ਇੱਥੇ ਮੈਨੂੰ ਤਰਲੇ ਲੈਣ ਦੀ ਲੋੜ ਨਹੀਂ ਕਿਸੇ ਦੇਵੀ ਦੇਵਤੇ ਭਗਵਾਨ ਦੇ ਅੱਗੇ ਵੀ ਆ ਜਾ ਮੈਨੂੰ ਆਹ ਚੀਜ਼ ਦੇ ਦੇ। ਇੱਥੇ ਇੱਕੇ ਵਾਰ ਹੀ ਆ, ਉਹਦਾ ਸਿਸਟਮ ਬਣਿਆ ਹੋਇਆ। ਆਪਾਂ ਬਾਣੀ 'ਚ ਨਹੀਂ ਰੋਜ਼ ਪੜ੍ਹਦੇ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ, ਜਿਨ ਪਦਾਇਸ਼ ਤੂੰ ਕਿਹਾ ਸੋਈ ਦੇ ਆਧਾਰ। ਇੱਥੇ ਇਹ ਥੋੜ੍ਹਾ ਕਿਹਾ ਵੀ ਬ੍ਰਹਮਾ ਪੈਦਾ ਕਰਦਾ ਤੇ ਵਿਸ਼ਨੂੰ ਰਿਜ਼ਕ ਦਿੰਦਾ ਹੈ, ਕਿਉਂਕਿ ਜੋ ਕੁਛ ਪਾਇਆ ਸੋ ਏਕਾ ਵਾਰ। ਤੇ ਕਰ ਕਰ ਵੇਖਿਆ ਸਿਰਜਣਹਾਰ, ਉਹ ਕਰ ਕਰਕੇ ਪੈਦਾ ਕਰ, ਕੋਈ ਤਾਂ ਹੀ ਤੇ ਕਰਤਾ ਪੁਰਖ ਹੈ। ਉਹ
ਕਰਤੇਦਾਰ ਤੀ ਪੈਦਾ ਕਰਨ ਵਾਲੇ ਦੇ ਪੁਰਖਦਾਰ ਤੇ ਬਣਾ ਕੇ ਵੇਖਿਆ ਸਿਰਜਣਹਾਰ। ਭਗਤ ਰਵਿਦਾਸ ਜੀ ਇਸ ਗੱਲ ਨੂੰ ਖੋਲ੍ਹਦੇ ਆ, ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ। ਜਿਹਨੇ ਜਿੰਦ ਦਿੱਤੀ ਹੈ ਉਹ ਰਿਜਕ ਵੀ ਦੇਵੇਗਾ। ਹੁਣ ਜੇ ਇੱਥੇ ਬੰਦਾ ਅੜ ਜਾਵੇ, ਵੇਖੋ ਜਿੰਦ ਉਹਨੇ ਦਿੱਤੀ ਹੈ, ਰਿਜਕ ਆਪੇ ਦੇਣਾ, ਫਿਰ ਬੰਦਾ ਕਮਾਈ ਕਰੇਗਾ ਜੀ। ਜੇ ਕੱਲ੍ਹ ਨੂੰ ਕੋਈ ਭੁੱਖਾ ਮਰੇਗਾ, ਉਹ ਕਹੇਗਾ ਵੇਖੋ ਜੀ ਰੱਬ ਨੇ ਰਿਜਕ ਨਹੀਂ ਦਿੱਤਾ, ਮੈਂ ਭੁੱਖਾ ਮਰ ਗਿਆ। ਤੇ ਬੰਦੇ ਕੋਲ ਬਹਾਨਾ ਬੜਾ ਤਗੜਾ ਹੈ। ਜਿਹਦੇ ਕੋਲ ਵੱਧ ਹੈ ਉਹਨੇ ਕਹਿਣਾ ਵੇਖੋ ਜੀ ਰੱਬ ਮੈਨੂੰ ਵੱਧ ਦੇ ਗਿਆ, ਤੈਨੂੰ ਦਿੱਤਾ ਹੀ ਨਹੀਂ ਉਹਨੇ। ਰੱਬ ਵਿਤਕਰੇ ਕਰਦਾ ਹੈ? ਨਹੀਂ, ਇੱਥੇ ਗੱਲ ਬਾਹਰ ਦੇ ਰਿਜਕ ਦੀ ਨਹੀਂ ਹੋ ਰਹੀ। ਬਾਹਰ ਕੋਈ ਬੰਦਾ ਮਿਹਨਤ ਕਰੇਗਾ, ਕਮਾਈ ਕਰਕੇ ਕਰ ਲੈਂਦਾ ਹੈ, ਕਈ ਪੁੱਠਿਆਂ ਸਿੱਧਿਆਂ ਤਰੀਕਿਆਂ ਨਾਲ ਵੱਧ ਵੀ ਕਮਾ ਲੈਂਦੇ ਨੇ। ਇੱਥੇ ਗੱਲ ਬੰਦੇ ਦੇ ਅੰਦਰ ਦੇ ਰਿਜਕ ਦੀ ਹੋ ਰਹੀ ਹੈ। ਜਿਹਨੂੰ ਅੰਦਰ ਦੇ ਰਿਜਕ ਦੀ ਸਮਝ ਆ ਗਈ ਨਾ, ਉਹ ਤਨ ਦਾ ਰਿਜਕ ਵੀ, ਤਨ ਦੇ ਰਿਜਕ ਦਾ ਵੀ ਪ੍ਰਬੰਧ ਕਰ ਲਵੇਗਾ ਸਹੀ ਨੇਕ ਕਮਾਈ ਕਰਕੇ। ਅੱਛਾ, ਉਹ ਤਨ ਦੇ ਰਿਜਕ ਦਾ ਪ੍ਰਬੰਧ ਕਰੇਗਾ, ਪਰ ਕਿਸੇ ਦੇ ਮੂੰਹ 'ਚੋਂ ਰਿਜਕ ਖੋਹ ਕੇ ਪ੍ਰਬੰਧ ਨਹੀਂ ਕਰੇਗਾ। ਜਿਹਨੂੰ ਅੰਦਰ ਦੇ ਰਿਜਕ ਦੀ ਸਮਝ ਆ ਗਈ। ਹੁਣ ਸ਼ਬਦ ਵੇਖੋ ਕਿੱਡਾ ਪਿਆਰਾ ਹੈ, ਜਿਨ ਜੀਓ ਦੀਆ, ਜਿਹਨੇ ਜਿੰਦ ਦਿੱਤੀ ਹੈ, ਸੋ ਰਿਜਕ ਅੰਬਰਾਵੈ। ਅੱਗੇ ਸ਼ਬਦ ਵਰਤਿਆ ਸਭ ਘਟ ਭੀਤਰ ਹਾਟ ਚਲਾਵੇ। ਹੁਣ ਸਭ ਘਟ ਕਹਿੰਦੇ ਹਿਰਦੇ ਨੂੰ, ਹਰ ਹਿਰਦੇ 'ਚ ਉਹ ਆਪਣਾ ਹੱਟ ਖੋਲ੍ਹ ਕੇ ਬੈਠਾ। ਆਸਣ ਲੋਏ ਲੋਏ ਭੰਡਾਰ, ਤੇਰੇ ਹਿਰਦੇ ਵਿੱਚ ਹੀ ਹੱਟ ਹੈ, ਤੇਰੇ ਹਿਰਦੇ ਵਿੱਚ ਹੀ ਦੁਕਾਨ ਖੁੱਲ੍ਹੀ ਹੋਈ ਹੈ, ਜਿੱਥੋਂ ਤੇਰੇ ਮਨ ਦੀ ਤ੍ਰਿਪਤੀ ਹੋਣੀ ਹੈ। ਹੁਣ ਜੇ ਤੇ ਤਨ ਦੀ ਖੁਰਾਕ ਦੀ ਗੱਲ ਹੁੰਦੀ, ਕੀ ਭਲਾ ਜਿਹੜਾ ਆਪਣੀ ਗਰੋਸਰੀ ਰਾਸ਼ਨ ਹੈ ਉਹ ਆਪਾਂ ਆਪਣੇ ਅੰਦਰੋਂ ਹੀ ਲੈਂਦੇ ਹਾਂ। ਉਹ ਤੇ ਆਟਾ ਦਾਲ ਸਬਜ਼ੀਆਂ ਗੁੜ ਘਿਓ ਜੋ ਹੈ ਬਾਹਰ ਮੰਡੀਆਂ 'ਚ ਨੇ, ਦੁਕਾਨਾਂ ਤੋਂ ਲੈ ਕੇ ਆਉਂਦੇ ਹਾਂ। ਇਹ ਕਿਹੜਾ ਰਿਜਕ ਹੈ ਜੀ ਜਿਹੜਾ ਬੰਦੇ ਦੇ ਅੰਦਰ ਹੀ ਪਿਆ ਹੋਇਆ ਹੈ। ਸਭ ਘਟ ਭੀਤਰ ਹਾਟ ਚਲਾਵੇ, ਹਰ ਹਿਰਦੇ ਵਿੱਚ ਉਹ ਆਪਣੀ ਹੱਟ ਖੋਲ੍ਹ ਕੇ ਬੈਠਾ ਹੈ। ਕਾਹਦੀ ਭਲਾ ਜੀ? ਗੁਣਾਂ ਦੀ ਹੱਟ। ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਤੇਰੇ ਅੰਦਰ ਜੋ ਚੰਗਿਆਈ ਦਾ ਗੁਣਾਂ ਦਾ ਖਜ਼ਾਨਾ ਪਾਉਣਾ ਸੀ ਉਹਨੇ ਪਾਤਾ ਹੈ। ਵਰਤੇ ਨਾ ਵਰਤੇ ਇਹ ਮਰਜ਼ੀ ਹੁਣ ਤੇਰੀ ਹੈ। ਜੋ ਕਿਛ ਪਾਇਆ ਸੋ ਏਕਾ ਵਾਰ। ਇੱਥੇ ਕਿਸੇ ਵੱਖਰੇ ਦੇਵੀ ਦੇਵਤੇ ਦੀ ਤੈਨੂੰ ਇੱਥੇ ਹੋਇਆ ਵੀ ਐਸਾ। ਕਿਸੇ ਨੂੰ ਵਿਦਿਆ ਚਾਹੀਦੀ ਉਹਦੇ ਵਾਸਤੇ ਵੱਖਰੀ ਦੇਵੀ ਸੀ। ਜੇ ਕਿਸੇ ਨੂੰ ਕੋਈ ਪੈਸਾ ਚਾਹੀਦਾ ਸੀ ਉਹਦੇ ਵਾਸਤੇ ਵੱਖਰਾ ਦੇਵਤਾ ਸੀ। ਜੇ ਕਿਸੇ ਨੂੰ ਕੋਈ ਲੰਬੀ ਉਮਰ ਚਾਹੀਦੀ ਸੀ ਉਹਦੇ ਵਾਸਤੇ ਵੱਖਰਾ ਭਗਵਾਨ ਸੀ। ਇੱਥੇ ਬੜਾ ਕੁਝ ਹੋਇਆ ਸਮਾਜ ਦੇ ਵਿੱਚ। ਸਾਡੇ ਵੀ ਐਸਾ ਹੋ ਰਿਹਾ, ਆਪਣੇ ਵੀ ਇੱਦਾਂ ਦੀਆਂ ਗੱਲਾਂ ਹੋ ਰਹੀਆਂ ਵੀ ਜੇ ਕਿਸੇ ਨੇ ਦੁੱਖਾਂ ਨੂੰ ਦੂਰ ਕਰਨਾ ਤੇ ਐਸ ਗੁਰੂ ਨੂੰ ਤੇ ਆਓ, ਜੇ ਕਿਸੇ ਨੇ ਪਦਾਰਥ ਲੈਣੇ ਤੇ ਐਸ ਗੁਰੂ ਨੂੰ ਤੇ ਆਓ। ਸਾਡੇ ਇਹ ਕੰਮ ਨਹੀਂ ਸੀ। ਸਾਡੇ ਸਿੱਧੀ ਗੱਲ ਸੀ, ਅਸੀਂ ਆਪਣੇ ਗੁਰੂ ਕੋਲੋਂ ਆਪਣੇ ਮਨ ਨੂੰ ਚੜ੍ਹਦੀ ਕਲਾ ਵਾਲੀ ਖੁਰਾਕ ਦੇਣੀ ਸੀ। ਫਿਰ ਜਦੋਂ ਮਨ ਨੂੰ ਚੜ੍ਹਦੀ ਕਲਾ ਵਾਲੀ ਖੁਰਾਕ ਮਿਲ ਗਈ, ਫਿਰ ਇੱਦਾਂ ਆਵਾਜ਼ ਆਉਣੀ ਸੀ ਵੀ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਪੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਹੁਣ ਏਡੀ ਵੱਡੀ ਬੇਅੰਤ ਕੁਦਰਤ ਵਿੱਚੋਂ ਕਿੰਨਾ ਕੁਝ ਅਸੀਂ ਵਰਤ ਰਹੇ, ਕੀ ਕੀਮਤ ਦੇ ਲਾਂਗੇ ਅਸੀਂ ਉਹ ਤੋਂ ਜੀ? ਬੰਦੇ ਦੀ ਬਣਾਈ ਹੋਈ ਚੀਜ਼ ਦੀ ਆਪਾਂ ਕੀਮਤ ਦੇ ਕੇ ਖਰੀਦ ਲੈਂਦੇ। ਕਿਹੜੀ ਚੀਜ਼ ਦੀ ਕੀਮਤ ਦੇ ਲੋਗੇ? ਜੇ ਇੱਦਾਂ ਕੀਮਤ ਦਿੱਤੀ ਜਾਂਦੀ ਹੁੰਦੀ ਤਾਂ ਬੰਦਾ ਪੈਸੇ ਨਾਲ ਨਾ ਸਭ ਕੁਝ ਖਰੀਦ ਲੈਂਦਾ। ਤਾਂ ਹੀ ਤਾਂ ਉਹਨਾਂ ਭਗਤਾਂ ਸਾਹਿਬਾਨਾਂ ਨੇ ਸਾਨੂੰ ਜ਼ਿੰਦਗੀ 'ਚ ਇਹ ਗੱਲ ਦੱਸੀ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ। ਜਿਹੜਾ ਖੋਜੇਗਾ ਉਹ ਪਾਲੇਗਾ, ਜਿਹੜਾ ਨਹੀਂ ਖੋਜੇਗਾ ਉਹ ਤਾਂ ਫਿਰ ਸਮੁੰਦਰ ਦੇ ਕੰਢੇ ਸੈਰ ਕੀਤਿਆਂ ਥੋੜ੍ਹਾ ਕੁਝ ਮਿਲਣਾ ਹੈ। ਇੱਦਾਂ ਤੇਰੇ ਸਰੀਰ ਵਿੱਚ, ਤੇਰੀ ਸੁਰਤ ਵਿੱਚ ਸਭ ਕੁਝ ਖਜ਼ਾਨਾ ਭਰਿਆ ਪਿਆ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਅੱਗੇ ਪਾਸ਼ਾ ਕਹਿੰਦੇ ਕਰ ਕਰ ਵੇਖੇ, ਕਰ ਕਰਕੇ ਪੈਦਾ ਕਰ ਕਰਕੇ ਵੇਖਦਾ ਹੈ ਸਿਰਜਣਹਾਰ। ਸਭ ਕੁਝ ਉਹਦੀ ਨਿਗਰਾਨੀ 'ਚ ਹੈ। ਹੁਣ ਤੂੰ ਚੰਗਾ ਬਣਨਾ ਇਹ ਮਰਜ਼ੀ ਤੇਰੀ ਹੈ, ਮਾੜਾ ਬਣਨਾ ਇਹ ਮਰਜ਼ੀ ਤੇਰੀ ਹੈ। ਹੁਕਮ ਦੀ ਪਾਲਣਾ ਕਰਕੇ ਸਚਿਆਰਾ ਬਣ ਕੇ ਤੁਰੇਗਾ, ਜ਼ਿੰਦਗੀ ਖੂਬਸੂਰਤ ਬਣੇਗੀ। ਹੁਕਮ ਦੀ ਅਦੂਲੀ ਕਰੇਗਾ ਤੇ ਫਿਰ ਜੇਲ੍ਹ ਤਾਂ ਹੈਗੀ ਹੈ। ਸਰੀਰ ਦਾ ਸਤਿਆਨਾਸ਼ ਤੇ ਵਜਣਾ ਹੀ ਵਜਣਾ, ਪੱਕੀ ਗੱਲ ਹੈ। ਕਰ ਕਰ ਵੇਖਿਆ ਸਿਰਜਣਹਾਰ ਨਾਨਕ, ਸੱਚੇ ਕੀ ਸਾਚੀ ਕਾਰ। ਜੋ ਆਪ ਸੱਚਾ ਤੇ ਉਹਦੀ ਹੁਕਮ ਵਾਲੀ ਕਾਰ ਵੀ ਸੱਚੀ ਹੈ। ਹੁਣ ਜੇ ਉਹਦੀ ਕਾਰ ਸੱਚੀ ਹੈ, ਜਿਹੜਾ ਹੁਕਮ 'ਚ ਤੁਰੇਗਾ ਉਹਦਾ ਜੀਵਨ ਸੱਚਾ ਕਿਉਂ ਨਾ ਬਣੇਗਾ? ਜਿਹੜਾ ਉਹਦੇ ਹੁਕਮ 'ਚ ਨਹੀਂ ਤੁਰੇਗਾ ਫਿਰ ਉਹਦੇ ਵਾਸਤੇ ਇਹ ਜੱਗ ਸੱਚੇ ਦੀ ਕੋਠੜੀ ਬਣ ਜਾਂਦਾ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹੁਣ ਸਮਝ ਆ ਜਾਂਦੀ ਸੱਚੇ ਦੀ ਕੋਠੜੀ ਕਿਉਂ ਹੈ, ਕਿਉਂਕਿ ਸੱਚੇ ਦੀ ਸੱਚੀ ਕਾਰ ਹੈ ਨਾ। ਜਦੋਂ ਮੈਂ ਸੱਚ ਨਾਲ ਜੁੜਾਂਗਾ ਫਿਰ ਤੁਹਾਨੂੰ ਇਹ ਕਾਰ ਵੀ ਸੱਚੀ, ਫਿਰ ਤੁਹਾਨੂੰ ਇਹ ਮੋਹ ਮਾਇਆ ਆ ਪਤੀ ਪਤਨੀ ਭੈਣ ਭਰਾ ਬੱਚੇ, ਇਹ ਤੁਹਾਨੂੰ ਕਾਰ ਝੂਠੀ ਥੋੜ੍ਹਾ ਲੱਗਣੀ ਹੈ। ਫਿਰ ਲੱਗਣਾ ਨਹੀਂ ਭਾਈ ਜਦੋਂ ਮੈਂ ਸੱਚ ਨਾਲ ਜੁੜਿਆ ਇਹ ਕਾਰ ਵੀ ਸਹੀ ਹੈ। ਇਹ ਉਹਨਾਂ ਲੋਕਾਂ ਨੂੰ ਕਾਰ ਗਲਤ ਲੱਗੀ ਸੀ, ਉਹਨਾਂ ਜਿਹਨਾਂ ਲੋਕਾਂ ਨੇ ਆਪਣੇ ਪਰਿਵਾਰ ਛੱਡਤੇ, ਬੱਚੇ ਛੱਡਤੇ, ਵਿਆਹ ਨਹੀਂ ਕਰਾਇਆ, ਬਾਹਰ ਭੱਜ ਗਏ। ਉਹਨਾਂ ਨੂੰ ਇਹ ਪਤੀ ਪਤਨੀ ਇਹ ਬੱਚੇ ਇਹ ਮੋਹ ਜਾਲ ਲੱਗਾ ਵੀ ਇਹ ਤੇ ਮਨ ਨੂੰ ਵਿਗਾੜਨ ਵਾਲੀਆਂ ਚੀਜ਼ਾਂ ਨੇ। ਉਹਨਾਂ ਨੂੰ ਇੰਝ ਲੱਗਦਾ ਸੀ ਇੱਥੇ ਬੱਚਾ ਰੋਂਦਾ, ਇੱਥੇ ਰੱਬ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਗੁਰਦੇਵ ਨੇ ਕਹਿੰਦਾ ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਬਾਹਰੀ ਤੌਰ 'ਤੇ ਚੁੱਪ ਕਰਕੇ ਬਹਿ ਵੀ ਜਾਏਗਾ, ਜੇ ਮਨ ਹੀ ਨੇ ਚੁੱਪ ਕੀਤਾ ਤੇ ਬਾਹਰ ਦੇ ਚੁੱਪ ਦਾ ਕੀ ਅਰਥ ਰਹਿ ਗਿਆ? ਜੇ ਮਨ ਅੰਦਰੋਂ ਚੁੱਪ ਹੋਵੇ, ਮਨ ਅੰਦਰੋਂ ਵਿਕਾਰਾਂ ਵਿੱਚ ਰੌਲਾ ਨਾ ਪਾ ਰਿਹਾ ਹੋਵੇ, ਅੰਦਰੋਂ ਸ਼ਾਂਤ ਹੋਵੇ, ਬਾਹਰ ਮਾੜਾ ਮੋਟਾ ਰੌਲਾ ਪੈ ਵੀ ਜਾਵੇ ਤਾਂ ਕੀ ਫਰਕ ਪੈਂਦਾ? ਫਿਰ
ਪਾਤਸ਼ਾਹ ਇੱਥੇ ਸਮਝਾਉਂਦੇ ਨਾਨਕ ਸੱਚੇ ਕੀ ਸਾਚੀ ਕਾਰ, ਹੇ ਨਾਨਕ ਉਹ ਸੱਚੇ ਦੀ ਇਹ ਕਾਰ ਵੀ ਸੱਚੀ ਹੈ। ਆਸਣ ਲੋਏ ਲੋਏ ਭੰਡਾਰ ਵਾਲੀ, ਕਰ ਕਰ ਵੇਖਿਆ ਸਿਰਜਣਹਾਰ ਵਾਲੀ, ਤੇ ਉਹਦੀ ਕਾਰ ਵੀ ਸੱਚੀ ਹੈ। ਇਹਦੀ ਵੀ ਉਹ ਅੱਜ ਹੈਗਾ ਤੇ ਕੱਲ੍ਹ ਨੂੰ ਨਹੀਂ ਹੋਗਾ, ਕਿਉਂਕਿ ਉਹ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਹੈ। ਇਸ ਕਰਕੇ ਆਦੇਸ਼ ਤਿਸੈ ਆਦੇਸ਼, ਹੇ ਭਾਈ, ਹੇ ਜੋਗੀ ਲੋਕੋ, ਹੇ ਵਿਪਰ ਲੋਕੋ, ਤੁਸੀਂ ਮੰਨਦੇ ਹੋ ਵੀ ਇੱਕ ਬ੍ਰਹਮਾ ਪੈਦਾ ਕਰਨ ਵਾਲਾ, ਵਿਸ਼ਨੂੰ ਰਿਜ਼ਕ ਦੇਣ ਵਾਲਾ, ਤੁਸੀਂ ਮੰਨਦੇ ਹੋ ਜੀ ਆਹ ਗੋਦੜੀ ਧਾਰਨ ਕਰਾਂਗਾ ਤੇ ਆਹ ਹੋਏਗਾ। ਆਓ ਮੈਂ ਦੱਸਦਾ, ਮੇਰੀ ਤੇ ਪ੍ਰਣਾਮ, ਮੇਰੀ ਤੇ ਨਮਸਕਾਰ ਉਹਨੂੰ ਹੈ ਜਿਹੜਾ ਆਦ ਅਨੀਲ ਅਨਾਦ ਅਨਾਹਤ ਤੇ ਜੁਗ ਜੁਗ ਏਕੋ ਵੇਸ, ਹਰ ਸਮੇਂ ਇੱਕੋ ਜਿਹਾ ਰਹਿੰਦਾ, ਤੇ ਉਹਦੇ ਭੰਡਾਰੇ ਵੀ ਇਦਾਂ ਭਰਪੂਰ ਰਹਿੰਦੇ ਨੇ। ਆਓ ਵਰਤੀ ਜਾਓ ਇਸ ਭੰਡਾਰਿਆਂ ਨੂੰ। ਉਹਦੇ ਬਣਾਏ ਹੋਏ ਨਿਯਮ, ਉਹਦਾ ਬਣਾਇਆ ਹੋਇਆ ਹੁਕਮ ਸੰਸਾਰ ਦੀ ਕਾਰ ਨੂੰ ਚਲਾ ਰਿਹਾ। ਆ ਆਪਣੀ ਜ਼ਿੰਦਗੀ ਨੂੰ ਸਵਾਰ, ਉਹਦੇ ਹੁਕਮ 'ਚ ਤੁਰਨਾ ਸ਼ੁਰੂ ਕਰ ਦੇ। ਗੁਰੂ ਸਾਹਿਬ ਨੇ ਬਹੁਤ ਪਿਆਰੇ ਬਚਨ ਕਹਿ ਕੇ ਸਾਨੂੰ ਜ਼ਿੰਦਗੀ ਵਿੱਚ ਸਹੀ ਰਸਤੇ 'ਤੇ ਤੁਰਨ ਦੀ ਪ੍ਰੇਰਨਾ ਦਿੱਤੀ ਹੈ। ਐਡਾ ਵੱਡਾ ਗੁਰਬਾਣੀ ਦਾ ਖਜ਼ਾਨਾ ਪਿਆਰਿਓ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਆਪਣੇ ਘਰਾਂ 'ਚ ਬਾਣੀ ਦੀਆਂ ਪੋਥੀਆਂ ਰੱਖੋ, ਖੁਦ ਪੜ੍ਹੋ, ਖੁਦ ਸਮਝੋ, ਕਿਸੇ 'ਤੇ ਨਿਰਭਰ ਨਾ ਹੋ, ਕਿਸੇ 'ਤੇ ਡਿਪੈਂਡ ਨਾ ਹੋ। ਆਪ ਗੁਰਬਾਣੀ ਆਪਣੇ, ਜਿਵੇਂ ਰੋਟੀ ਆਪਣੇ ਲਈ ਆਪ ਖਾਂਦੇ, ਇਸ਼ਨਾਨ ਆਪਣੇ ਲਈ ਆਪ ਕਰਦੇ ਹਾਂ, ਇਹਦਾ ਗੁਰਬਾਣੀ ਆਪਣੇ ਲਈ ਆਪ ਪੜ੍ਹੋ। ਇਹ ਨਾ ਕਹੋ ਮੇਰੀ ਅਰਦਾਸ ਤੂੰ ਕਰ ਦੇ, ਮੇਰਾ ਪਾਠ ਤੂੰ ਕਰ ਦੇ। ਨਾ ਭਾਈ, ਆਪਣੀ ਬਾਣੀ ਆਪ ਪੜ੍ਹਨੀ ਹੈ, ਆਪਣੇ ਲਈ ਪੜ੍ਹਨੀ ਹੈ, ਆਪਣੇ ਵਾਸਤੇ ਪੜ੍ਹਨੀ ਹੈ, ਜ਼ਿੰਦਗੀ ਨੂੰ ਸਵਾਰਨ ਵਾਸਤੇ ਪੜ੍ਹਨੀ ਹੈ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਦੀ ਸਰਕਾਰ ਵੱਲੋਂ ਕਿਸਾਨੀ ਦੇ ਵਿਰੁੱਧ ਬਣਾਏ ਗਏ 3 ਬਿੱਲ, ਕਾਲੇ ਕਾਨੂੰਨ, ਇਹਨਾਂ ਦੇ ਵਿਰੁੱਧ ਜਿਹੜਾ ਸੰਘਰਸ਼ ਹੈ ਆਪਣੀ ਮਿਸਾਲ ਆਪ ਬਣ ਚੁੱਕਾ ਹੈ, ਬਹੁਤ ਵੱਡੇ ਲੈਵਲ ਤੇ ਪਹੁੰਚ ਚੁੱਕਾ ਹੈ, ਜਿਹੜਾ ਕਿ ਨੈਸ਼ਨਲ ਫਿਰ ਇੰਟਰਨੈਸ਼ਨਲ ਲੈਵਲ ਤੱਕ ਸਾਰਿਆਂ ਦੀ ਅਟੈਂਸ਼ਨ ਖਿੱਚ ਰਿਹਾ ਹੈ। ਮੋਦੀ ਸਰਕਾਰ ਜਿਸ ਨੇ ਤਾਨਾਸ਼ਾਹੀ ਦਾ ਰਵੱਈਆ ਅਖਤਿਆਰ ਕੀਤਾ ਅਤੇ ਲੋਕ ਵਿਰੋਧੀ ਕਾਨੂੰਨ ਬਣਾਉਣੇ ਸ਼ੁਰੂ ਕੀਤੇ, ਸਿਰਫ ਅੰਬਾਨੀ ਅਡਾਨੀ ਵਰਗੇ ਜਿਹੜੇ ਘਰਾਣੇ ਹਨ ਉਹਨਾਂ ਦੀ ਝੋਲੀ ਦੇ ਵਿੱਚ ਹੀ ਸਾਰਾ ਕੁਝ ਪਾਇਆ ਜਾ ਰਿਹਾ ਹੈ। ਪਰ ਹੁਣ ਜਦੋਂ ਪੰਜਾਬ ਦੀ ਪੱਗ ਨੂੰ ਹੱਥ ਪਾ ਲਿਆ, ਕਿਸਾਨਾਂ ਨੂੰ ਹੱਥ ਪਾ ਲਿਆ, ਤਾਂ ਇਹ ਭੁਲੇਖੇ ਦੂਰ ਹੋ ਰਹੇ ਹਨ। ਬੱਚੇ ਕੀ, ਨੌਜਵਾਨ ਕੀ, ਸਾਡੀਆਂ ਮਾਤਾਵਾਂ ਕੀ, ਔਰਤਾਂ ਕੀ, ਮਰਦ ਕੀ, ਬਜ਼ੁਰਗ ਕੀ, ਸਾਰੇ ਔਰ ਇਹਨਾਂ ਦਾ ਸਾਥ ਦੇਣ ਦੇ ਵਾਸਤੇ ਆਲੇ ਦੁਆਲੇ ਦੇ ਸੂਬੇ ਅਤੇ ਨੈਸ਼ਨਲ ਲੈਵਲ ਦੇ ਜਿਹੜੇ ਕਿਸਾਨ ਹਨ ਉਹ ਦਿੱਲੀ ਦੀ ਹਿੱਕ ਤੇ ਆਣ ਬੈਠੇ ਹਨ। ਕਲਗੀਧਰ ਦੇ ਪੁੱਤ ਆ, ਕੋਈ ਇਹੋ ਜਿਹੇ ਦੁਖੀ ਦਿੱਗੀ ਦੇ ਪੁੱਤ ਹੋਣੇ ਸੀ। ਓਏ ਅੱਗੇ ਅੱਗੇ ਹੁੰਦਾ ਵੇਖੀ ਕੀ ਦਿੱਲੀਏ, ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ। ਇਤਿਹਾਸ ਵੇਖਦੇ ਹਾਂ ਤਾਂ ਪਹਿਲਾਂ ਪੰਜਾਬ ਨੂੰ ਚੀਰਿਆ ਗਿਆ, ਇਸ ਨੂੰ ਦੁਫਾੜ ਕਰ ਦਿੱਤਾ ਗਿਆ। ਅੱਧੇ ਤੋਂ ਵੱਧ ਪੰਜਾਬ ਜਿਹੜਾ ਹੈ ਲਹਿੰਦੇ ਪੰਜਾਬ ਦੇ ਤੌਰ ਤੇ ਪਾਕਿਸਤਾਨ ਦੇ ਵਿੱਚ ਸ਼ਾਮਲ ਹੋ ਗਿਆ। ਫਿਰ ਜਿਹੜਾ ਬਚਿਆ ਪੰਜਾਬ ਸੀ ਭਾਰਤ ਦੇ ਵਿੱਚ, ਇਸ ਦੇ 3 ਟੋਟੇ ਹੋ ਗਏ, ਇਸ ਦੇ ਵਿੱਚੋਂ ਹਰਿਆਣਾ ਤੇ ਹਿਮਾਚਲ ਨਿਕਲ ਗਏ। ਫਿਰ ਜਿਹੜਾ ਬਚਿਆ ਪੰਜਾਬ ਕਹਿ ਲਓ, ਪੰਜਾਬੀ ਕਹਿ ਲਓ, ਸੂਬੀ ਕਹਿ ਲਓ, ਇਸ ਦੇ ਹਰ ਜਿਹੜਾ ਹੈ ਇਸ ਦੀਆਂ ਕਦਰਾਂ ਕੀਮਤਾਂ ਸੀ, ਇਸ ਦਾ ਸੱਭਿਆਚਾਰ ਸੀ, ਇਸ ਦੀ ਬੋਲੀ ਸੀ, ਇਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇੱਥੋਂ ਦਾ ਜਿਹੜਾ ਸਾਰਾ ਵਾਤਾਵਰਣ ਔਰ ਇੱਥੋਂ ਤੱਕ ਕਿ ਇਸ ਦੀ ਜਵਾਨੀ ਨੂੰ ਖਤਮ ਕਰਨ ਦੇ ਵਾਸਤੇ ਨਸ਼ਿਆਂ ਦਾ ਖਲਾਰਾ ਪਾਇਆ ਗਿਆ ਤੇ ਲੱਗਾ ਕਿ ਪੰਜਾਬ ਸ਼ਾਇਦ ਨਸ਼ਿਆਂ ਦੇ ਵਿੱਚ ਹੀ ਡੁੱਬ ਗਿਆ ਹੈ। ਤੇ ਇਹੋ ਜਿਹੇ ਜਿਹੜੇ ਕਾਲੇ ਕਾਨੂੰਨ ਹਨ ਇਹ ਪੰਜਾਬ ਦੇ ਸਿਰ ਵੀ ਮੜ ਦਿੱਤੇ ਗਏ। ਪਰ ਉਹਨਾਂ ਨੂੰ ਭੁਲੇਖਾ ਸੀ ਕਿ ਪੰਜਾਬ ਦੀ ਜਵਾਨੀ ਤਾਂ ਹੁਣ ਨਸ਼ਿਆਂ ਦੇ ਵਿੱਚ ਡੁੱਬ ਚੁੱਕੀ ਹੈ, ਇਹਨਾਂ ਨੂੰ ਤਾਂ ਕੋਈ ਸੁਰਤ ਨਹੀਂ ਹੈ। ਪਰ ਉਹ ਭੁੱਲ ਗਏ ਕਿ ਜਦੋਂ ਜ਼ਬਰ ਅਤੇ ਜ਼ੁਲਮ ਹੁੰਦਾ ਹੈ ਤਾਂ ਇਹ ਉਹ ਕੌਮ ਹੈ ਜਿਸ ਦਾ DNA ਤਾਂ ਨਹੀਂ ਖਤਮ ਹੋ ਗਿਆ। ਇਹ ਸਾਰੇ ਭੁਲੇਖੇ ਕੱਢ ਦਿੱਤੇ। ਹੁਣ ਬੱਚਾ ਕੀ, ਨੌਜਵਾਨ ਕੀ, ਬਜ਼ੁਰਗ ਕੀ, ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ ਸਾਡੀਆਂ ਪਰਿਵਾਰਾਂ ਦੇ ਵਿੱਚ ਔਰਤਾਂ ਕੀ, ਪਰਿਵਾਰਾਂ ਦੇ ਪਰਿਵਾਰ ਜਿਹੜੇ ਹਨ ਉਹ ਇਸ ਸੰਘਰਸ਼ ਦੇ ਵਿੱਚ ਮੂਹਰੇ ਹੋ ਕੇ ਲੜ ਰਹੇ ਹਨ। ਬਾਕੀ ਸਾਨੂੰ ਪੰਜਾਬ ਦੀ ਜਵਾਨੀ ਤੇ ਬਹੁਤ ਮਾਣ ਹੈ ਜਿਸ ਦਾ ਸਾਨੂੰ ਅਤਿਅੰਤ ਫਿਕਰ ਸੀ। ਜਵਾਨੀ ਜ਼ਿੰਦਾਬਾਦ। ਸਾਡੇ ਦਰਸ਼ਕਾਂ ਦੇ ਵਾਸਤੇ ਖੁਸ਼ਖਬਰੀ ਹੈ ਕਿ ਦੇਸ਼ ਪ੍ਰਦੇਸ਼ ਟੀਵੀ ਦਾ ਹੁਣ ਮੋਹਾਲੀ, ਚੰਡੀਗੜ੍ਹ ਦੇ ਵਿੱਚ ਵੀ ਇੱਕ ਸਟੂਡੀਓ ਤਿਆਰ ਹੋ ਗਿਆ ਹੈ। ਸੋ ਸਾਡੇ ਮੋਹਾਲੀ ਵਾਲੇ ਸਟੂਡੀਓ ਤੋਂ ਇਹ ਗੱਲਬਾਤ ਜਿਹੜੀ ਕਿ ਕਿਸਾਨੀ ਸੰਘਰਸ਼ ਦੇ ਨਾਲ ਔਰ ਜਿਹੜੀਆਂ ਸਮੱਸਿਆਵਾਂ ਹਨ ਇਹ ਕੀ ਹਨ, ਇਹਨਾਂ ਦਾ ਕੀ ਹੱਲ ਹੋ ਸਕਦਾ ਹੈ, ਇਹਨਾਂ ਕਾਨੂੰਨਾਂ ਦੇ ਪਿੱਛੇ ਕੀ ਹੈ, ਇੱਕ ਅਹਿਮ ਜਾਣਕਾਰੀ ਭਰਪੂਰ ਗੱਲਬਾਤ ਸਾਡੇ ਉੱਥੋਂ ਦੇ ਰਿਪੋਰਟਰ ਮਨਪ੍ਰੀਤ ਰੰਧਾਵਾ ਪੇਸ਼ ਕਰ ਰਹੇ ਹਨ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਦੇਸ਼ ਪ੍ਰਦੇਸ਼ ਟੀਵੀ ਦੇ ਵਿੱਚ। ਸਾਡੇ ਸਾਰੇ ਵਿਊਅਰਸ, ਸਾਡੇ ਸਾਰੇ ਦਰਸ਼ਕ ਜਿਹੜੇ ਸਾਨੂੰ ਇੱਥੇ ਦੇਸ਼ ਦੇ ਵਿੱਚ ਵੀ ਦੇਖ ਰਹੇ ਨੇ ਤੇ ਵਿਦੇਸ਼ ਦੇ ਵਿੱਚ ਵੀ ਦੇਖ ਰਹੇ ਨੇ,
ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਦਵਿੰਦਰ ਸ਼ਰਮਾ ਜੀ ਨਾਲ, ਜਿਨ੍ਹਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦਾ ਕੋਈ ਇੰਟਰੋਡਕਸ਼ਨ ਦੀ ਲੋੜ ਆ। ਤੁਸੀਂ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਨੂੰ ਕਈ ਟੀਵੀ ਚੈਨਲਸ 'ਤੇ, ਅਖਬਾਰਾਂ 'ਤੇ, ਦੇਸ਼ਾਂ ਦੇ ਅਖਬਾਰਾਂ ਦੇ ਅਤੇ ਵਿਦੇਸ਼ਾਂ ਦੇ ਅਖਬਾਰਾਂ ਵਿੱਚ, ਨੈਸ਼ਨਲ ਔਰ ਇੰਟਰਨੈਸ਼ਨਲ ਅਖਬਾਰਾਂ ਦੇ ਵਿੱਚ ਪੜ੍ਹਿਆ ਹੋਣਾ। ਬੜਾ ਲੰਬਾ ਤਜਰਬਾ ਉਹਨਾਂ ਦਾ, ਖੇਤੀਬਾੜੀ ਦੇ ਐਕਸਪਰਟ ਨੇ ਔਰ ਅਕਸਰ ਜਿਹੜੀ ਇਸ ਟਾਈਮ ਜਿਹੜਾ ਕਿਸਾਨੀ ਦਾ ਸੰਘਰਸ਼ ਚੱਲ ਰਿਹਾ, ਉਹਨਾਂ ਦੀ ਰਾਏ ਵੀ ਲਿੱਤੀ ਜਾਂਦੀ ਹੈ, ਉਹਨਾਂ ਦੇ ਵਿਚਾਰ ਵੀ ਲਿੱਤੇ ਜਾਂਦੇ ਨੇ। ਅਤੇ ਅਸੀਂ ਅੱਜ ਉਹਨਾਂ ਨਾਲ ਗੱਲ ਕਰਨ ਜਾ ਰਹੇ ਨੇ ਕਿ ਜਿਹੜਾ ਭਾਰਤ ਹੈ ਇਸ ਟਾਈਮ ਜਿਹੜਾ ਪ੍ਰੈਜ਼ੈਂਟ ਦੌਰ ਦੇ ਵਿੱਚੋਂ ਲੰਘ ਰਿਹਾ, ਜਿਸ ਤਰ੍ਹਾਂ ਦਾ ਕਿਸਾਨੀ ਦਾ ਸੰਘਰਸ਼ ਚੱਲ ਰਿਹਾ, ਉਸ ਬਾਰੇ ਉਹਨਾਂ ਦੀ ਕੀ ਰਾਏ ਨੇ। ਉਹਨਾਂ ਤੋਂ ਹਰ ਤਰ੍ਹਾਂ ਦੇ ਸਵਾਲ, ਉਹਨਾਂ ਦੇ ਹਰ ਪਹਿਲੂ 'ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਵਾਗਤ ਹੈ ਤੁਹਾਡਾ ਦਵਿੰਦਰ ਸ਼ਰਮਾ ਜੀ ਦੇਸ਼ ਪ੍ਰਦੇਸ਼ ਟੀਵੀ ਦੇ ਵਿੱਚ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ। ਸਰ, ਤੁਹਾਨੂੰ ਪਤਾ ਹੀ ਹੈ ਦਵਿੰਦਰ ਸ਼ਰਮਾ ਜੀ ਕਿ ਕਿਸ ਤਰ੍ਹਾਂ ਅੱਜ ਜਿਹੜਾ ਕਿਸਾਨੀ ਦਾ ਸੰਘਰਸ਼ ਆ, ਜੋ ਤੋਂ ਕਿਸਾਨ ਦਿੱਲੀ ਦੇ ਬਾਰਡਰ 'ਤੇ ਬੈਠੇ ਹੋਏ ਨੇ, ਔਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਵੱਖਰੀਆਂ ਵੱਖਰੀਆਂ ਸੂਬਿਆਂ ਦੇ ਵਿੱਚ ਜਿਹੜੇ ਆ ਕਿਸਾਨ ਰੇਲ ਦੀਆਂ ਪਟੜੀਆਂ 'ਤੇ ਵੀ ਬੈਠੇ ਨੇ, ਸੜਕਾਂ 'ਤੇ ਵੀ ਬੈਠੇ ਨੇ, ਪਲੇਟਫਾਰਮਸ 'ਤੇ ਵੀ ਬੈਠੇ ਨੇ। ਕਿਸ ਮੋੜ 'ਤੇ ਤੁਸੀਂ ਇਸ ਸੰਘਰਸ਼ ਨੂੰ ਅੱਜ ਦੇਖਦੇ ਹੋ? ਪਹਿਲੇ ਦੀ ਗੱਲ ਤਾਂ ਹੈ ਕਿ ਵੀ ਪੰਜਾਬ ਦਾ ਜਿਹੜਾ ਸੰਘਰਸ਼ ਹੈ ਜਾਂ ਪੰਜਾਬ ਦੀ ਜਿਹੜੀ ਫਾਰਮਰਸ ਮੂਵਮੈਂਟ ਹੈ, ਇਹ ਮੇਰਾ ਆਪਣਾ ਮੰਨਣਾ ਹੈ ਕਿ ਇਟਸ ਅ ਰਿਮਾਰਕੇਬਲ ਮੂਵਮੈਂਟ, ਰਿਮਾਰਕੇਬਲ ਡਿਵੈਲਪਮੈਂਟ ਆਲਸੋ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਮੈਂ ਆਪਣੇ ਪੂਰੇ ਜਿਹੜਾ ਮੇਰਾ ਇੰਨਾ ਐਕਸਪੀਰੀਅੰਸ ਰਿਹਾ ਹੈਗਾ ਖੇਤੀ ਦੇ ਨਾਲ ਜੁੜੇ ਹੋਏ ਹੋਣ ਦਾ, ਉਹਦੇ ਵਿੱਚ ਮੈਂ ਐਸਾ ਮੂਵਮੈਂਟ ਨਹੀਂ ਦੇਖਿਆ ਜਿਹਦੇ ਵਿੱਚ ਕਿ ਪੋਲੀਟਿਕਸ ਔਰ ਰਿਲੀਜਨ ਦੋਨਾਂ ਦਾ ਇਨਫਲੂਐਂਸ ਨਾ ਹੋਏ। ਟਾਈਮ ਆ ਗਿਆ ਹੈ ਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਕਿਸਾਨਾਂ ਦਾ ਜਿਹੜਾ ਦੁੱਖ ਦਰਦ ਹੈ ਉਹ ਸਮਝਣ ਔਰ ਇੱਕ ਐਸਾ ਡਿਸੀਜ਼ਨ ਲੈਣ ਕਿ ਜਿਹਦੇ ਨਾਲ ਕਿਸਾਨ ਖੁਸ਼ਹਾਲੀ ਦੇ ਰਸਤੇ 'ਤੇ ਵਾਪਿਸ ਆਏ। ਤੁਹਾਨੂੰ ਲੱਗਦਾ ਕਿ ਕੋਈ ਨਾ ਕੋਈ ਨਤੀਜਾ ਨਿਕਲੇਗਾ? ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਝੁਕਾਅ ਕਰੇਗੀ ਜਾਂ ਕਾਨੂੰਨ ਜਿਸ ਤਰ੍ਹਾਂ ਦੀ ਮੰਗ ਹੈ ਵਾਪਸ ਲਏਗੀ? ਦੇਖੋ, ਡਾਇਲੌਗ ਤਾਂ ਬਹੁਤ ਇੰਪੋਰਟੈਂਟ ਹੈ ਔਰ ਡਾਇਲੌਗ ਨਾਲ ਹੀ ਕੋਈ ਸੋਲੂਸ਼ਨ ਨਿਕਲੇਗਾ, ਇਹ ਤਾਂ ਸਭ ਅਸੀਂ ਸਮਝਦੇ ਹੈਗੇ ਹਾਂ। ਔਰ ਮੈਨੂੰ ਲੱਗਦਾ ਕਿ ਕੰਟੀਨਿਊਸ਼ਨ ਜਿਹੜੀ ਡਾਇਲੌਗ ਦੀ ਹੋ ਰਹੀ ਹੈ ਇਹ ਵੀ ਬਹੁਤ ਇੰਪੋਰਟੈਂਟ ਹੈ। ਹੈਵਿੰਗ ਸੈਡ ਦੈਟ, ਆਈ ਥਿੰਕ ਸਭ ਤੋਂ ਬੜੀ ਇੰਪੋਰਟੈਂਟ ਗੱਲ ਜਿਹੜੀ ਸਮਝਣ ਦੀ ਵਾਲੀ ਹੈਗੀ ਹੈ ਕਿ ਕਿਸਾਨ ਇੱਕ ਚੀਜ਼ ਬੜੇ ਸਪਸ਼ਟ, ਜਿਹੜਾ ਮੈਸੇਜ ਲਾਊਡ ਐਂਡ ਕਲੀਅਰ ਜਿਹਨੂੰ ਪਹਿਲੇ ਤੁਹਾਡੇ ਨਾਲ ਕਿਹਾ ਸੀਗਾ, ਉਹ ਇਹ ਹੈ ਕਿ ਬਈ ਕਿਸਾਨ ਚਾਹੁੰਦਾ ਹੈ ਕਿ ਬਈ ਉਹਨੂੰ ਇੱਕ ਅਸ਼ੋਰਡ ਇਨਕਮ ਮਿਲੇ। ਇਹ ਰਿਫਾਰਮਸ ਬੇਸਿਕਲੀ ਅਸੀਂ ਕੱਟ ਐਂਡ ਪੇਸਟ ਕੀਤੇ ਹੈ ਅਮਰੀਕਾ ਔਰ ਯੂਰਪ ਤੋਂ। ਜੇ ਇੰਨੇ ਦਸ਼ਕਾਂ ਤੋਂ ਅਮਰੀਕਾ ਔਰ ਯੂਰਪ ਵਿੱਚ ਇਹ ਰਿਫਾਰਮ ਫੇਲ ਹੋ ਚੁੱਕੇ ਹੈਗੇ ਕਿਸਾਨ ਦੀ ਇਨਕਮ ਵਧਾਉਣ ਵਿੱਚ, ਤਾਂ ਮੈਨੂੰ ਸਮਝ ਨਹੀਂ ਆਉਂਦਾ ਕਿ ਸਾਡੇ ਇਕਨੋਮਿਸਟ ਪਹਿਲੇ ਸਾਨੂੰ ਕਿਉਂ ਨਹੀਂ ਸਮਝਾਉਂਦੇ ਕਿ ਅਮਰੀਕਾ ਔਰ ਯੂਰਪ ਵਿੱਚ ਕਿਉਂ ਫੇਲ ਹੋਏ, ਕਿਆ ਕਾਰਨ ਸੀਗੇ। ਮੈਂ ਸਰ ਕਹਿ ਰਿਹਾ ਕਿ ਤੁਸੀਂ ਦੇਖੋ, ਅਮਰੀਕਾ ਵਿੱਚ ਮੈਨੂੰ ਯਾਦ ਹੈ ਸਰ ਕਿ ਤਕਰੀਬਨ 6-7 ਦਸ਼ਕ ਹੋ ਗਏ ਹੈ ਜਦ ਤੋਂ ਇਹ ਓਪਨ ਮਾਰਕੀਟਸ ਦਾ ਉੱਥੇ ਚੱਲ ਰਿਹਾ ਹੈਗਾ। ਲੇਕਿਨ ਸਾਡੇ ਦੇਸ਼ ਨੂੰ ਇੱਕ ਚੀਜ਼ ਜਿਹੜੀ ਨਹੀਂ ਪਤਾ ਹੈ ਕਿ ਹਰ 5 ਸਾਲ ਬਾਅਦ ਅਮਰੀਕਾ ਜਿਹੜਾ ਹੈਗਾ ਇੱਕ ਫਾਰਮ ਬਿੱਲ ਲੈ ਕੇ ਆਉਂਦਾ ਹੈ। ਉਹ ਫਾਰਮ ਬਿੱਲ ਜਿਹੜਾ ਹੈਗਾ 2014 'ਚ ਆਇਆ ਸੀਗਾ, ਫਿਰ 2018 'ਚ ਆਇਆ ਹੈਗਾ। ਫਾਰਮ ਬਿੱਲ ਨੂੰ ਅਗਰ ਤੁਸੀਂ ਸਟੱਡੀ ਕਰੋ, ਉਹਦੇ ਵਿੱਚ ਪ੍ਰਾਵਧਾਨ ਹੁੰਦੇ ਹੈ ਕਿ ਐਗਰੀਕਲਚਰ ਨੂੰ ਕਿੰਨੀ ਅਸੀਂ ਸਬਸਿਡੀ ਸਪੋਰਟ ਦੇਣੀ ਹੈਗੀ ਹੈ। ਔਰ ਜਿਹੜਾ ਲੇਟੈਸਟ 2018 ਵਾਲਾ ਜਾਂ 2014 ਦੇ ਫਾਰਮ ਬਿੱਲ ਹੈਗੇ, ਉਹਨਾਂ ਪੜ੍ਹੋ ਤਾਂ ਉਹਨਾਂ ਨੇ ਅਗਲੇ 10 ਸਾਲਾਂ ਵਾਸਤੇ, ਹਾਲਾਂਕਿ 5 ਸਾਲ ਬਾਅਦ ਆਉਂਦਾ ਰਿਫਾਰਮ, ਇਹ ਜਿਹੜਾ ਉਹਨਾਂ ਦਾ ਬਿੱਲ ਹੈਗਾ, ਲੇਕਿਨ ਫਾਰਮ ਬਿੱਲ, ਔਰ ਉਹਦੇ 10 ਸਾਲਾਂ ਵਾਸਤੇ ਉਹ ਐਲੋਕੇਸ਼ਨ ਕਰ ਜਾਂਦੇ ਆ, ਪ੍ਰੋਵੀਜ਼ਨ ਕਰ ਦਿੰਦੇ। ਤਕਰੀਬਨ $1 ਟ੍ਰਿਲੀਅਨ ਦੀ ਸਪੋਰਟ ਐਗਰੀਕਲਚਰ ਵਿੱਚ ਜਾਂਦੀ ਹੈ ਅਮਰੀਕਾ ਵਿੱਚ। $1 ਟ੍ਰਿਲੀਅਨ ਆਈ ਥਿੰਕ ਅਸੀਂ ਇਮੈਜਿਨ ਵੀ ਨਹੀਂ ਕਰ ਸਕਦੇ ਕਿੰਨਾ ਸਪੋਰਟ ਉੱਥੇ 10 ਸਾਲਾਂ ਵਿੱਚ ਉਹ ਦੇ ਰਹੇ ਹੈਗੇ, ਔਰ ਇਹ ਲਗਾਤਾਰ ਦੇ ਰਹੇ, ਜਦ ਕਿ ਅਸੀਂ ਬਿਲੀਵ ਕਰਦੇ ਹਾਂ ਕਿ ਮਾਰਕੀਟ ਐਫੀਸ਼ੀਐਂਸੀ ਹੈ। ਅਗਰ ਇਹ ਮਾਰਕੀਟ ਐਫੀਸ਼ੀਐਂਸੀ ਹੁੰਦੀ ਤਾਂ ਤੁਸੀਂ ਮੰਨੋਗੇ ਅਮਰੀਕਨ ਗਵਰਨਮੈਂਟ ਹੈਜ਼ ਨੋ ਇੰਟਰਸਟ ਕਿ ਉਹ $1 ਟ੍ਰਿਲੀਅਨ ਖਰਚ ਕਰਦੇ ਨੇ ਐਗਰੀਕਲਚਰ ਵਾਸਤੇ। ਮਾਰਕੀਟਸ ਐਫੀਸ਼ੀਐਂਟ ਨਹੀਂ ਹੈਗੀਆਂ, ਇਹਦਾ ਮਤਲਬ ਇਹ ਨਿਕਲਿਆ। ਦੂਸਰੀ ਗੱਲ ਹੈ ਕਿ ਦੇਖੋ, ਅੱਜ ਦੀ ਸਿਚੁਏਸ਼ਨ ਦੇਖੀਏ, ਇੱਕ ਇਨਵਾਇਰਨਮੈਂਟ ਵਰਕਿੰਗ ਗਰੁੱਪ ਹੈ ਅਮਰੀਕਾ ਵਿੱਚ, ਇਹ ਬਹੁਤ ਇੰਪੋਰਟੈਂਟ ਹੈ, ਦੇ ਫੋਲੋ ਦੀ ਸਬਸਿਡੀਜ਼। ਉਹਨਾਂ ਦਾ ਇੱਕ ਅੰਕਲਨ ਕਹਿੰਦਾ ਹੈਗਾ ਕਿ 1995 ਤੋਂ ਲੈ ਕੇ 2020 ਤੱਕ, ਅੱਜ ਤੱਕ, ਇਨਕਲੂਡਿੰਗ ਜਿਹੜਾ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਸਬਸਿਡੀਜ਼ ਦਿੱਤੀਆਂ ਹੈਗੀਆਂ ਚਾਈਨਾ ਦੇ ਕਰਕੇ, ਉਹਨਾਂ ਦਾ ਜਿਹੜਾ ਕੌਨਫਲਿਕਟ ਹੋਇਆ ਸੀਗਾ ਟ੍ਰੇਡ ਵਾਸਤੇ, ਤਾਂ ਉਹਨੂੰ ਐਡਰੈਸ ਕਰਨ ਵਾਸਤੇ ਵੀ $425 ਬਿਲੀਅਨ ਦੀ ਸਬਸਿਡੀ ਕਿਸਾਨਾਂ ਨੂੰ ਮਿਲੀ ਹੈਗੀ ਹੈ, ਚਾਹੇ ਕੰਜ਼ਰਵੇਸ਼ਨ ਦੇ ਰਸਤਿਆਂ ਤੋਂ ਜਾਂ ਡਾਇਰੈਕਟ ਇਨਕਮ ਸਪੋਰਟ ਕਹਿ ਲਓ ਜਾਂ ਜੋ ਵੀ ਹੈ, $425 ਬਿਲੀਅਨ ਦੀ ਸਬਸਿਡੀ ਮਿਲੀ ਹੈ। ਉਹਦੇ ਬਾਵਜੂਦ ਵੀ ਅੱਜ ਕਿਸਾਨਾਂ ਦੇ ਸਿਰ 'ਤੇ ਜਿਹੜਾ ਕਰਜ਼ਾ ਖੜਾ ਅਮਰੀਕਾ 'ਚ, ਜਿਹਨੂੰ ਬੈਂਕਰਪਸੀ ਕਹਿੰਦੇ ਹੈਗੇ ਆ, ਦੈਟ ਇਜ਼ ਅਗੇਨ $425 ਬਿਲੀਅਨ। ਤੁਸੀਂ ਦੇਖੋ, $425 ਬਿਲੀਅਨ ਦੀ ਇਨਵੈਸਟਮੈਂਟ ਹੋਣ ਤੋਂ ਬਾਵਜੂਦ ਵੀ ਤੁਹਾਨੂੰ $425 ਬਿਲੀਅਨ ਦਾ ਕਰਜ਼ਾ ਖੜਾ। ਇਹ ਮਾਰਕੀਟਸ ਕੰਮ ਕਰ ਰਹੀਆਂ। ਆਈ ਥਿੰਕ ਸਾਨੂੰ ਸਮਝਣਾ ਚਾਹੀਦਾ ਕਿ ਇਹਦਾ ਮਤਲਬ ਮਾਰਕੀਟ ਸਾਰੇ ਫੇਲੀਅਰ। ਹਾਂਜੀ, ਔਰ ਤੁਸੀਂ ਦੇਖੋ ਕਿ ਅਮਰੀਕਾ ਵਿੱਚ ਰੇਟ ਆਫ ਸੁਸਾਈਡ ਇਨ ਰੂਰਲ ਏਰੀਆਜ਼ 45% ਜ਼ਿਆਦਾ ਹੈਗਾ ਅਰਬਨ ਏਰੀਆਜ਼ ਤੋਂ।
ਹਾਂਜੀ ਤੇ ਇਹ ਅੱਜ ਕੱਲ੍ਹ ਦੇ ਹਾਲਾਤ ਜਦ ਅਸੀਂ ਕਹਿੰਦੇ ਕਿ ਮਾਰਕੀਟਸ ਆਰ ਐਫੀਸ਼ੀਐਂਟ ਇਨ ਅਮਰੀਕਾ, ਅਗਰ ਮਾਰਕੀਟਸ ਐਫੀਸ਼ੀਐਂਟ ਹੁੰਦੀ ਤਾਂ ਤੁਸੀਂ ਮੰਨੋਗੇ ਇਸ ਗੱਲ ਨੂੰ ਕਿ ਕਿਸਾਨ ਖੇਤੀ ਛੱਡ ਕੇ ਨਹੀਂ ਜਾਂਦੇ। 1970 ਤੋਂ ਲੈ ਕੇ ਅੱਜ ਤੱਕ ਤਕਰੀਬਨ 93% ਡੇਅਰੀ ਫਾਰਮਸ ਜਿਹੜੇ ਹੈਗੇ ਅਮਰੀਕਾ ਦੇ ਬੰਦ ਹੋ ਗਏ। ਪਿਛਲੇ 10 ਸਾਲਾਂ ਵਿੱਚ 17,000 ਡੇਅਰੀ ਫਾਰਮ ਬੰਦ ਹੋ ਗਏ ਔਰ ਇਹ ਡੇਅਰੀ ਫਾਰਮ ਉਹ ਸੀਗੇ ਜਿਹੜੇ ਕਿ ਟੈਕਨੋਲੋਜੀ ਬੜੇ ਰਿਚ ਸੀਗੇ। ਹਾਂਜੀ ਟੈਕਨੋਲੋਜੀ ਰਿਚ ਸੀਗੇ, ਮਤਲਬ ਕੋਈ ਸੋਫਿਸਟੀਕੇਟਡ ਟੈਕਨੋਲੋਜੀ ਲਗਾਉਂਦੇ ਸੀਗੇ, ਇਹ ਗੱਲ ਨਹੀਂ ਹੈਗੀ ਕਿ ਉਹਨਾਂ ਕੋਲ ਟੈਕਨੋਲੋਜੀ ਨਹੀਂ ਸੀਗੀ, ਲੇਕਿਨ ਪ੍ਰਾਈਸਿਸ ਇੰਨੇ ਕ੍ਰੈਸ਼ ਕੀਤੇ ਕਿ ਮਜਬੂਰ ਉਹਨਾਂ ਨੂੰ ਬੰਦ ਕਰਨੇ ਵੇ। ਲੇਕਿਨ ਮਿਲਕ ਦੀ ਪ੍ਰੋਡਕਸ਼ਨ बढ़ ਜਾਂਦੀ ਹੈ। ਤੁਸੀਂ ਸੋਚੋਗੇ ਕਿ ਵੀ ਅਗਰ ਡੇਅਰੀ ਫਾਰਮ ਬੰਦ ਹੋ ਗਏ ਤਾਂ ਮਿਲਕ ਦੀ ਪ੍ਰੋਡਕਸ਼ਨ ਗਿਰੇਗੀ, ਲੇਕਿਨ ਮਿਲਕ ਦੀ ਪ੍ਰੋਡਕਸ਼ਨ बढ़ ਜਾਂਦੀ ਹੈ ਕਿਉਂਕਿ ਕਾਰਪੋਰੇਟਸ ਹੁਣ ਮਿਲਕ ਵਿੱਚ ਆ ਗਏ ਪ੍ਰੋਡਕਸ਼ਨ ਵਿੱਚ। ਸੋ ਕਿਸਾਨ ਨਿਕਲੇ, ਕਾਰਪੋਰੇਟਸ ਨੇ ਕਬਜ਼ਾ ਕਰ ਲਿਆ। ਇਹੀ ਡਿਜ਼ਾਈਨ ਅਸੀਂ ਹਿੰਦੁਸਤਾਨ 'ਚ ਲੈ ਕੇ ਆਏ ਹੈਗੇ। ਹੁਣ ਇਹੀ ਡਿਜ਼ਾਈਨ ਜਿਹੜਾ ਹੈਗਾ ਇਹਦਾ ਮਤਲਬ ਕਿ ਛੋਟੇ ਕਿਸਾਨ ਜਿਹੜੇ ਹੈਗੇ ਆ ਉਹ ਖੇਤੀ 'ਚੋਂ ਨਿਕਲਣਗੇ, ਜੋ ਉਹੀ ਪੈਟਰਨ ਅਸੀਂ ਫੋਲੋ ਕਰ ਰਹੇ ਹਾਂ, ਕੋਈ ਨਵੀਂ ਚੀਜ਼ ਤਾਂ ਉੱਥੇ ਹੈ ਨਹੀਂ ਹੈ। ਔਰ ਇਹ ਕਹਿ ਕੇ ਕਿ ਵੀ ਦੇਖੋ ਨਾ ਉੱਥੇ ਤਾਂ ਲੈਂਡ ਹੋਲਡਿੰਗਸ ਬੜੀਆਂ ਹੈਗੀਆਂ ਅਮਰੀਕਾ 'ਚ, 444 ਏਕੜ ਦੀ ਐਵਰੇਜ ਲੈਂਡ ਹੋਲਡਿੰਗ ਸਾਈਜ਼ ਹੈ, ਇੱਥੇ 5 ਏਕੜ ਦੀ ਐਵਰੇਜ ਲੈਂਡ ਹੋਲਡਿੰਗ ਸਾਈਜ਼ ਹੈ। ਜਿਹੜਾ ਮਾਡਲ 444 ਏਕੜ ਵਾਸਤੇ ਲੈ ਕੇ ਆਏ ਸੀ ਉਹ ਉੱਥੇ ਨਹੀਂ ਕੰਮ ਕਰ ਰਿਹਾ, ਤਾਂ ਤੁਸੀਂ ਦੱਸੋ ਕਿ ਛੋਟੇ ਜਿਹੜੇ ਲੈਂਡ ਹੋਲਡਿੰਗਸ ਹੈ ਉਹਨਾਂ ਵਿੱਚ ਕਿਸ ਤਰ੍ਹਾਂ ਕੰਮ ਕਰੇਗਾ। ਸੋ ਕਹਿਣ ਦਾ ਮਤਲਬ ਹੈ ਕਿ ਸਰ ਲੈਟ ਅਸ ਆਸਕ ਦੀ ਇਕੋਨੋਮਿਸਟ ਕਿ ਸਾਨੂੰ ਦੱਸਣ ਤਾਂ ਸਹੀ ਕਿ ਕੰਪੇਅਰ ਤਾਂ ਕਰਨ ਕਿ ਵੀ ਕਿੱਥੇ ਤੁਸੀਂ ਕਹਿੰਦੇ ਹੋ ਕਿ ਸਕਸੈਸਫੁਲ ਹੋਇਆ ਹੈਗਾ ਇਹ ਮਾਰਕੀਟ ਰਿਫਾਰਮਸ ਜਿਹੜਾ ਤੁਸੀਂ ਹਿੰਦੁਸਤਾਨ 'ਚ ਲੈ ਕੇ ਆ ਗਏ ਹੋ। ਸ਼ਰਮਾ ਜੀ ਇਹ ਤੁਸੀਂ ਬੜਾ ਵਿਸਤਾਰ 'ਚ ਸਾਨੂੰ ਸਾਰਾ ਸਮਝਾਇਆ, ਲੇਕਿਨ ਮੈਨੂੰ ਇੱਕ ਚੀਜ਼ ਦੱਸੋ ਕਿ ਕੀ ਮੋਦੀ ਸਰਕਾਰ ਜਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਖੁਦ ਜਾਂ ਉਹਨਾਂ ਦੇ ਖੇਤੀਬਾੜੀ ਮੰਤਰੀ ਜਾਂ ਉਹਨਾਂ ਦਾ ਤੁਹਾਨੂੰ ਪਤਾ ਵੀ ਕਿੰਨਾ ਲਾਮ ਲਸ਼ਕਰ ਹੁੰਦਾ, ਤੰਤਰ ਸ਼ੰਤਰ ਹੁੰਦਾ, ਸਾਰੇ ਜਿਹੜੇ ਉਹਨਾਂ ਦੇ ਅਫਸਰ ਨੇ, ਕੀ ਉਹਨਾਂ ਨੇ ਇਹ ਚੀਜ਼ਾਂ ਉਹਨਾਂ ਨੂੰ ਨਹੀਂ ਸਮਝਾਈਆਂ ਕਿ ਤੁਸੀਂ ਇਸ ਤਰ੍ਹਾਂ ਦੇ ਅਗਰ ਬਿੱਲ ਲੈ ਕੇ ਆਉਂਦੇ ਹੋ ਚ ਕਿਸਾਨਾਂ ਦਾ ਕੋਈ ਹਿੱਤ ਨਹੀਂ ਹੈ, ਸਿਰਫ ਜਿਹੜੇ ਕਾਰਪੋਰੇਟਸ ਆ। ਔਰ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਜਿਹੜੇ ਫੇਲਡ ਮਾਡਲਸ ਨੇ ਯੂਰਪੀਅਨ ਕੰਟਰੀਜ਼ ਜਾਂ ਨਾਰਥ ਅਮਰੀਕਨ ਕੰਟਰੀਜ਼ ਉਹ ਆਪਾਂ ਲੈ ਕੇ ਆ ਰਹੇ ਹਾਂ, ਕੀ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਸਮਝਾਈਆਂ ਹੋਣੀਆਂ? ਦੇਖੋ ਮੈਂ ਨਹੀਂ ਕਹਿ ਸਕਦਾ ਕਿ ਕਿਸ ਤਰ੍ਹਾਂ ਉਹਦਾ ਕਿਸ ਲੈਵਲ ਤੇ ਕੀ ਗੱਲ ਹੋਏਗੀ, ਇਹ ਤਾਂ ਮੈਂ ਨਹੀਂ ਜਾਣਦਾ, ਪਰ ਮੇਰਾ ਸਿਰਫ ਇਹ ਕਹਿਣਾ ਹੈਗਾ ਕਿ ਭਾਈ ਵੀ ਆਰ ਇਨ ਅ ਸਟੇਜ ਅੱਜ ਦੁਨੀਆ ਵਿੱਚ ਅਸੀਂ ਦੇਖ ਲਈਏ ਕਿ ਅੱਜ ਸਾਰੀ ਦੁਨੀਆ ਵਿੱਚ ਇਕਨੋਮਿਕ ਅਗਰ ਗਰੋਥ ਨੂੰ ਦੇਖ ਲਈਏ ਮਾਡਲ ਨੂੰ ਜਾਂ ਨਿਓ ਲਿਬਰਲਿਜ਼ਮ ਇਕਨੋਮਿਕਸ ਜਿਹਨੂੰ ਕਹਿੰਦੇ ਹੈਗੇ ਆ, ਉਹ ਹੁਣ ਦੁਨੀਆ ਵਿੱਚ ਉਹਦੇ ਉੱਪਰ ਬੜੇ ਸਵਾਲ ਉੱਠ ਰਹੇ ਹੈਗੇ। ਦੇਖੋ ਨਾ ਨੋਬਲ ਲੌਰੀਏਟ ਜੋਸਫ ਸਟਿਕਲਿਸ ਸਾਹਿਬ, ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀਗਾ, ਉਹਨਾਂ ਨੇ ਕਿਹਾ ਹੈਗਾ ਕਿ ਨਿਊ ਲਿਬਰਲਿਜ਼ਮ ਇਜ਼ ਡੈਡ ਐਂਡ ਬਰੀਡ। ਦੁਨੀਆ ਵਿੱਚ ਸਵਾਲ ਕੀਤੇ ਜਾ ਰਹੇ ਉਹਦੇ ਉੱਪਰ, ਦੁਨੀਆ ਵਿੱਚ ਉਹਦੇ ਆਲਟਰਨੇਟਿਵ ਲੱਭੇ ਜਾ ਰਹੇ ਹੈਗੇ ਆ ਜਾਂ ਉਹਨੂੰ ਕਿਸ ਤਰ੍ਹਾਂ ਅਮੈਂਡਮੈਂਟ ਕੀਤੀ ਜਾਏ ਜਾਂ ਇੰਪਰੂਵ ਕੀਤਾ ਜਾਏ, ਉਹ ਚਰਚਾ ਹੋ ਰਹੀ ਹੈ। ਸਾਡੇ ਦੇਸ਼ ਵਿੱਚ ਅਸੀਂ ਹਲੇ 10 ਸਾਲ ਪਿੱਛੇ ਹੈਗੇ ਜੋ ਦੁਨੀਆ ਵਿੱਚ ਹੋ ਰਿਹਾ ਹੈਗਾ, ਐਂਡ ਵੀ ਆਰ ਪੁਸ਼ਿੰਗ ਦੀ ਸੇਮ ਪਾਲਿਸੀਜ਼ ਜਿਹੜੇ ਦੁਨੀਆ 'ਚ ਕ੍ਰਾਈਸਿਸ ਹੋ ਗਿਆ ਹੈਗਾ। ਤੁਸੀਂ ਮੈਨੂੰ ਦੱਸੋ ਕਿ ਸਾਡੇ ਦੇਸ਼ ਵਿੱਚ ਇੱਕ ਸਿਸਟਮ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਦਾ। ਮਿਨੀਮਮ ਸਪੋਰਟ ਪ੍ਰਾਈਸ ਹਿੰਦੁਸਤਾਨ ਵਿੱਚ ਮੇਰਾ ਮੰਨਣਾ ਹੈਗਾ ਕਿ ਇਟ ਵਾਜ਼ ਅ ਰਿਮਾਰਕੇਬਲ ਪਾਲਿਸੀ ਮੇਕਰਸ ਦਾ ਉਸ ਟਾਈਮ ਇਨੀਸ਼ੀਏਟਿਵ ਹੋਇਆ ਜਦ ਗ੍ਰੀਨ ਰੈਵੋਲੂਸ਼ਨ ਆਇਆ ਹੈਗਾ। ਉਹਨਾਂ ਨੇ ਰੈਗੂਲੇਟ ਕਰਤੀਆਂ ਮੰਡੀਆਂ, ਮੰਡੀ ਰੈਗੂਲੇਟ ਕਰਕੇ APMC ਦੀ ਮੰਡੀਆਂ ਨੈਟਵਰਕ ਬਣ ਗਿਆ ਜਿਹੜਾ ਕਿ ਅਧਿਕਤਰ ਪੰਜਾਬ ਹਰਿਆਣੇ ਵਿੱਚ ਸਪਰੈਡ ਆਊਟ ਹੋਇਆ। ਅਸੀਂ ਸਭ ਜਾਣਦੇ ਹੈਗੇ ਹਾਂ 6% ਸ਼ਾਂਤਾ ਕੁਮਾਰ ਕਮੇਟੀ ਨੇ ਕਿਹਾ ਸੀਗਾ ਕਿ 6% ਕਿਸਾਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲਦਾ ਹੈਗਾ। ਮਤਲਬ ਕਹਿੰਦਾ ਹੈਗਾ ਕਿ 94% ਫਾਰਮਰਸ ਮਾਰਕੀਟਸ ਉੱਪਰ ਡਿਪੈਂਡੈਂਟ ਸੀਗੇ। ਅਗਰ ਮਾਰਕੀਟਸ ਇੰਨੀ ਅੱਛੀ ਹੁੰਦੀਆਂ ਤੇ ਕਿਸਾਨ ਬੇਵਕੂਫ ਨਹੀਂ ਹੈ, ਉਹ ਵੀ ਡਿਮਾਂਡ ਕਰਦਾ ਕਿ ਸਾਨੂੰ ਮਾਰਕੀਟ ਚਾਹੀਦੇ, ਸਾਨੂੰ MSP ਬੰਦ ਕਰੋ ਜਾਂ ਨਾ ਕਰੋ, ਸਾਨੂੰ ਕੋਈ ਮਤਲਬ ਨਹੀਂ ਹੈਗਾ। ਲੇਕਿਨ ਇੰਨੇ ਸਾਲਾਂ ਬਾਅਦ ਵੀ, ਇੰਨੇ ਦਸ਼ਕਾਂ ਬਾਅਦ ਵੀ ਅਗਰ ਕਿਸਾਨ ਬੋਲ ਰਿਹਾ ਹੈ ਕਿ ਮੈਨੂੰ ਮਿਨੀਮਮ ਸਪੋਰਟ ਪ੍ਰਾਈਸ ਚਾਹੀਦਾ, ਇਹ ਮਤਲਬ ਹੈ ਕਿ ਦੈਟ ਮਾਰਕੀਟਸ ਹੈਵ ਫੇਲਡ। ਪਹਿਲੀ ਗੱਲ ਤਾਂ ਇਹ ਹੋ ਗਈ। ਦੂਸਰੀ ਗੱਲ ਸਰ ਇਹ ਹੈਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਦਾ ਪੰਜਾਬ ਹਰਿਆਣੇ ਵਿੱਚ ਕਿਉਂ ਇੰਨਾ ਜ਼ਿਆਦਾ ਗੁੱਸਾ ਹੈਗਾ, ਕਿਉਂਕਿ 84% ਫਾਰਮਰਸ ਜਿਹੜੇ ਹੈਗੇ ਜਿਨ੍ਹਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲਦਾ ਉਹ ਪੰਜਾਬ ਹਰਿਆਣਾ ਵਿੱਚ ਹੈਗੇ। ਇਸੇ ਕਰਕੇ ਤੁਸੀਂ ਦੇਖ ਰਹੇ ਹੋ ਸੜਕਾਂ 'ਤੇ ਜਿਹੜਾ ਗੁੱਸਾ ਹੈਗਾ ਉਹ ਇਸ ਕਰਕੇ ਹੈਗਾ। ਲੇਕਿਨ ਜਿਹੜੇ ਬਾਕੀ ਦੇਸ਼ ਵਿੱਚ ਹੈਗੇ ਆ ਕਿਸਾਨ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਮਿਨੀਮਮ ਸਪੋਰਟ ਪ੍ਰਾਈਸ ਕੀ ਹੁੰਦਾ। ਮੈਨੂੰ ਯਾਦ ਹੈ ਸ਼ਰਦ ਪਵਾਰ ਜਦ ਐਗਰੀਕਲਚਰ ਮਿਨਿਸਟਰ ਸੀਗੇ, ਉਹਨਾਂ ਨੇ ਇੱਕ ਪਾਰਲੀਮੈਂਟ ਸਟੇਟਮੈਂਟ ਦਿੱਤੀ ਸੀਗੀ ਕਿ 71% ਫਾਰਮਰਸ ਨੂੰ ਇਹੀ ਨਹੀਂ ਪਤਾ ਕਿ ਮਿਨੀਮਮ ਸਪੋਰਟ ਪ੍ਰਾਈਸ ਕੀ ਹੁੰਦਾ। ਉਹਨਾਂ ਨੂੰ ਕਨਸੈਪਟ ਹੀ ਕਲੀਅਰ ਨਹੀਂ ਹੈਗਾ। ਤਾਂ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕੀ ਚੀਜ਼ ਲੂਜ਼ ਕੀਤੀ ਹੈਗੀ, ਸਾਨੂੰ ਕਿਸ ਚੀਜ਼ ਦਾ ਮਤਲਬ ਇੰਨੇ ਸਾਲਾਂ ਤੋਂ ਡਿਪਰਾਈਵ ਹੋਏ ਹੈਗੇ ਆ, ਉਹ ਕਿੱਥੇ ਲੜਨਗੇ, ਕਿੱਥੇ ਸਮਝਣਗੇ। ਸਾਡੇ ਕੋਲ ਜਿਹੜਾ ਇਹ ਸਕਸੈਸਫੁਲ ਮਾਡਲ ਹੈਗਾ, ਅਸੀਂ ਇਹਨੂੰ ਦੇਸ਼ ਵਿੱਚ ਕਿਉਂ ਨਹੀਂ ਐਕਸਪੈਂਡ ਕਰ ਸਕਦੇ? ਕਿ ਸਾਡੇ ਕੋਲ ਇੱਕ ਐਸਾ ਮਾਡਲ ਹੈਗਾ ਕਿ ਜਿਹੜਾ ਅਸ਼ੋਰਡ ਇਨਕਮ ਦੇਣ ਵਾਸਤੇ ਹੋਰ ਕੋਈ ਰਸਤਾ ਹੈ ਹੀ ਨਹੀਂ ਹੈ ਸਿਵਾਏ ਮਿਨੀਮਮ ਸਪੋਰਟ ਪ੍ਰਾਈਸ ਤੋਂ। ਇਹ ਸਾਡੇ ਕੋਲ ਸਾਡੇ ਇਕੋਨੋਮਿਸਟ ਨੂੰ ਚਾਹੀਦਾ ਸੀਗਾ, ਸੋਚਦੇ ਕਰਦੇ। ਹੁਣ ਦੇਖੋ ਬਿਹਾਰ 'ਚ 2006 ਤੋਂ ਲੈ ਕੇ ਅੱਜ ਤੱਕ ਉਹਨਾਂ ਨੇ APMC ਐਕਟ ਉਸ ਟਾਈਮ ਬੰਦ ਕਰਤਾ ਸੀਗਾ। ਇੱਕ ਮੈਨੂੰ ਯਾਦ ਹੈ ਉਸ ਟਾਈਮ ਬੜੀ ਐਕਸਾਈਟਮੈਂਟ ਸੀਗੀ ਜੀ, ਕਿਹਾ ਜਾਂਦਾ ਸੀਗਾ ਕਿ ਬਈ ਬਿਹਾਰ ਵਿਲ ਬੀ ਦੀ ਫਿਊਚਰ ਰੋਲ ਮਾਡਲ ਆਫ ਮਾਰਕੀਟ ਡਰਿਵਨ ਐਗਰੀਕਲਚਰ। ਅੱਜ 14 ਸਾਲ ਹੋ ਗਏ। ਇਸ ਸਾਲ ਹੁਣ ਜਿਹੜਾ ਪੈਡੀ ਹਾਰਵੈਸਟ ਸੀਜ਼ਨ ਖਤਮ ਹੋਇਆ, 40 ਲੱਖ ਟਨ ਪੈਡੀ UP ਔਰ ਬਿਹਾਰ ਤੋਂ ਆ ਕੇ
ਪੰਜਾਬ ਵਿੱਚ ਵਿਕਦੀ ਹੈ। ਕਿਉਂ? ਉੱਥੇ 1100-1200 ਜ਼ਿਆਦਾ ਤੋਂ ਇੱਕ ਪਰ ਕੁਇੰਟਲ ਪ੍ਰਾਈਸ ਮਿਲਦਾ ਹੈਗਾ ਕਿਸਾਨਾਂ ਨੂੰ, ਇੱਥੇ 1888 ਰੁਪਏ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹ ਮਿਲਦਾ। ਇਹਦਾ ਮਤਲਬ ਕੀ ਹੋਇਆ ਕਿ ਤੁਸੀਂ ਜੇ ਅੱਜ ਪੰਜਾਬ ਵਿੱਚ ਹਟ ਜਾਏਗਾ, ਜੋ ਪੰਜਾਬ ਦੇ ਕਿਸਾਨ ਕਹਿ ਰਹੇ ਹੈਗੇ ਕਿ ਬਈ ਆਸਤੇ ਆਸਤੇ ਉਹਨਾਂ ਨੂੰ ਡਰ ਹੈਗਾ ਕਿ MSP ਹਟ ਜਾਏਗਾ, ਤਾਂ ਪੰਜਾਬ ਦਾ ਕਿਸਾਨ ਵੀ ਬਿਹਾਰ ਦੇ ਕਿਸਾਨ ਦੇ ਬਰਾਬਰ ਆ ਜਾਏਗਾ। ਕਿਉਂ ਨਹੀਂ ਅਸੀਂ ਉਲਟਾ ਕਰਦੇ ਕਿ ਬਿਹਾਰ ਦਾ ਕਿਸਾਨ ਵੀ ਪੰਜਾਬ ਦੇ ਬਰਾਬਰ ਹੈ? ਉਹ ਕਿਸ ਤਰ੍ਹਾਂ ਹੋ ਸਕਦਾ ਹੈ? ਜੋ ਪੰਜਾਬ ਨੇ ਕੀਤਾ ਹੈਗਾ ਉਹਨੂੰ ਰੈਪਲੀਕੇਟ ਕਰਨ ਦੀ ਜ਼ਰੂਰਤ ਹੈਗੀ ਹੈ। ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਜਿਹੜਾ ਸਰਕਾਰ ਦਾ ਜਿਹੜਾ ਇੱਕ ਡਿਪਾਰਟਮੈਂਟ ਹੈ ਜਾਂ ਸਰਕਾਰ ਦਾ ਇੱਕ ਵਿੰਗ ਹੈਗਾ ਜਿਹੜਾ ਕਿ ਮਿਨੀਮਮ ਸਪੋਰਟ ਪ੍ਰਾਈਸ ਵਰਕਆਊਟ ਕਰਦਾ, ਉਹਨਾਂ ਨੇ ਆਪਣੀ ਇੱਕ ਰਿਪੋਰਟ 'ਚ ਲਿਖਿਆ 2018-19 ਦੀ ਖਰੀਫ ਦੀ ਰਿਪੋਰਟ ਵਿੱਚ ਕਿ ਰਾਈਟ ਟੂ ਸੈਲ ਐਟ MSP ਇਹ ਕਿਸਾਨ ਦਾ ਬਣਾਉਣਾ ਚਾਹੀਦਾ। ਇਹ ਉਹਨਾਂ ਨੇ ਖੁਦ ਲਿਖਿਆ, ਸਰਕਾਰ ਨੇ ਖੁਦ ਕਿਹਾ। ਤਾਂ ਇਹ ਕਹਿਣਾ ਕਿ ਬਈ ਇਹ ਨਹੀਂ ਹੋ ਸਕਦਾ, ਤੁਹਾਡਾ CACP ਨੇ ਤਾਂ ਪਹਿਲੇ ਕਿਹਾ ਸੀਗਾ ਇਹ ਗੱਲ। ਬਹੁਤ ਸਾਰੇ ਲੋਕੀ ਇੱਕ ਇਹ ਵੀ ਇੰਪ੍ਰੈਸ਼ਨ ਦਿੰਦੇ ਹੈ ਜਾਂ ਡਰਾ ਰਹੇ ਹੈਗੇ ਕਿ ਸਰਕਾਰ ਨੂੰ ਖਰੀਦਣਾ ਪਏਗਾ ਹਰ ਇੱਕ ਚੀਜ਼, ਤਾਂ ਉਹ ਸਰਕਾਰ ਕੋਲ ਪੈਸਾ ਕਿੱਥੇ ਹੈਗਾ। ਮੈਂ ਕਹਿੰਦਾ ਸਰਕਾਰ ਨੂੰ ਖਰੀਦਣਾ ਨਹੀਂ ਪਏਗਾ। ਤੁਸੀਂ ਸਿਰਫ ਇਹ ਕੀਤਾ ਕਿ ਜੇ ਸਪੋਜ਼ ਕਰੋ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਮੂੰਗ ਹੈ, ਮੂੰਗ ਦਾ ਜਿਹੜਾ ਪ੍ਰੋਕਿਊਰਮੈਂਟ ਪ੍ਰਾਈਸ ਹੈ 72 ਰੁਪਏ ਪਰ ਕਿਲੋ ਹੈਗਾ, ਮਾਰਕੀਟਸ ਵਿੱਚ ਮਿਲ ਰਿਹਾ 50 ਰੁਪਏ 55 ਰੁਪਏ। ਜੇ ਤੁਸੀਂ 55 ਰੁਪਏ ਵੀ ਮਿਲ ਰਿਹਾ ਹੈਗਾ, ਤੁਸੀਂ 60 ਰੁਪਏ ਕਰਤਾ ਕਿ ਕਿਸੇ ਟ੍ਰੇਡ ਨੇ, ਤੁਸੀਂ ਕਹੋਗੇ ਅਸੀਂ ਜ਼ਿਆਦਾ ਕੀਮਤ ਦੇ ਰਹੇ ਹਾਂ, ਪਰ ਜ਼ਿਆਦਾ ਕੀਮਤ ਨਹੀਂ ਹੋਈ ਨਾ, ਤੁਸੀਂ ਵੀ ਐਕਸਪਲੋਇਟ ਕਰ ਰਹੇ ਹੋ। ਤੁਸੀਂ 72 ਰੁਪਏ ਦਿਓਗੇ ਤਾਂ ਅਸੀਂ ਮੰਨੀਏ ਜ਼ਿਆਦਾ ਤੁਸੀਂ ਕੀਮਤ ਦੇ ਰਹੇ ਹੋ, ਤਾਂ ਉਹ ਜਿਹੜਾ ਗੈਪ ਹੈ ਉਹ ਕੌਣ ਪੇ ਕਰੇਗਾ? ਮੇਰਾ ਕਹਿਣਾ ਕਿ ਜੇ ਅਸੀਂ ਬੈਂਚਮਾਰਕ ਹੀ ਉਠਾ ਦਈਏ ਕਿ ਅਸੀਂ 50 ਨਹੀਂ, ਅਸੀਂ 72 ਰੁਪਏ ਤੇ ਟ੍ਰੇਡਿੰਗ ਕਰਾਂਗੇ, ਉਹ ਥੱਲੇ ਟ੍ਰੇਡਿੰਗ ਨਹੀਂ ਕਰਾਂਗੇ, ਤਾਂ ਜਿਹੜੀ ਟ੍ਰੇਡ ਹੈ ਉਹਨੂੰ ਵੀ ਮਜਬੂਰਨ ਉਹ ਕਰਨਾ ਪਏਗਾ ਨਾ, 72 ਰੁਪਏ ਤਾਂ ਦੇਣਾ ਪਏਗਾ। ਤਾਂ ਜਦ ਸਾਰੀ ਕੰਟਰੀ ਵਿੱਚ ਇੱਕ ਯੂਨੀਫਾਰਮ ਪੈਟਰਨ ਹੋ ਜਾਏਗਾ ਤਾਂ ਉਹ ਟ੍ਰੇਡ ਤਾਂ ਉਸੇ ਲੈਵਲ ਤੇ ਆਪਰੇਟ ਕਰੇਗੀ। ਸਰਕਾਰ ਨੂੰ ਥੋੜ੍ਹਾ ਖਰੀਦਣਾ ਪਏਗਾ। ਦੂਜੀ ਗੱਲ ਹੈ ਕਿ ਸਰਕਾਰ ਨੂੰ ਖਰੀਦਣਾ ਹੀ ਪੈ ਗਿਆ ਤਾਂ ਵੀ ਸਮਝੀਏ ਅਸੀਂ, ਜਦ ਅਸੀਂ ਲੀਗਲ ਰਾਈਟ ਬਣਾ ਦਈਏ, ਅਧਿਕਾਰ ਬਣਾ ਦਈਏ 23 ਫਸਲਾਂ ਤੇ। 23 ਫਸਲਾਂ ਤੇ ਇਸ ਕਰਕੇ ਮੈਂ ਕਿਹਾ ਕਿਉਂਕਿ ਅਸੀਂ ਸਰਕਾਰ ਹਰ ਸਾਲ 23 ਫਸਲਾਂ ਦਾ MSP ਅਨਾਊਂਸ ਕਰਦੀ ਹੈ, ਪਰ ਦਿੰਦੀ ਨਹੀਂ ਹੈ, ਉਹ ਅਲੱਗ ਗੱਲ ਹੈ। ਤੁਸੀਂ ਕੇਰਲਾ ਦਾ ਐਗਜ਼ਾਮਪਲ ਲਓ, ਕੇਰਲਾ ਨੇ ਹੁਣ 16 ਫਸਲਾਂ ਤੇ ਵੈਜੀਟੇਬਲਸ ਤੇ ਉਹਨਾਂ ਨੇ ਮਿਨੀਮਮ ਸਪੋਰਟ ਪ੍ਰਾਈਸ ਬਣਾਤਾ ਹੈਗਾ। ਉਹ ਇੱਕ ਕਾਸਟ ਆਫ ਪ੍ਰੋਡਕਸ਼ਨ ਉਹਦੇ ਉੱਪਰ 20% ਦੇ ਕੇ ਉਹ ਕਹਿੰਦੇ ਇਹ ਤੁਹਾਡਾ ਮਿਨੀਮਮ ਮਿਲ ਗਿਆ, ਕਿਸਾਨਾਂ ਨੂੰ ਮਿਲਣਾ ਚਾਹੀਦਾ। ਉਹਨਾਂ ਨੇ ਇਹਦੇ ਵਾਸਤੇ 35 ਕਰੋੜ ਰੁਪਏ ਦੀ ਐਲੋਕੇਸ਼ਨ ਵੀ ਕੀਤੀ ਹੈ, ਲੇਕਿਨ ਯੂਜ਼ 'ਚ ਨਹੀਂ ਆਇਆ 35 ਕਰੋੜ। ਹੁਣ ਤੁਸੀਂ ਬੋਲੋਗੇ ਦੇਖੋ ਜੀ ਉਹਨਾਂ ਨੇ ਅਨਾਊਂਸ ਕਰਤਾ ਹੈ ਲੇਕਿਨ ਉਹਨਾਂ ਨੇ ਖਰਚਿਆ ਨਹੀਂ ਹੈ, ਮਤਲਬ ਦੇ ਆਰ ਨਾਟ ਸੀਰੀਅਸ, ਹੈ ਨਾ, ਐਸੀ ਗੱਲ ਨਹੀਂ ਹੈ। ਉਹ ਇਸ ਕਰਕੇ ਨਹੀਂ ਯੂਜ਼ ਕੀਤਾ ਕਿਉਂਕਿ ਨਾ ਉੱਥੇ ਦੇਖਿਆ ਜਾ ਰਿਹਾ ਕਿ ਜੋ ਸਰਕਾਰ ਨੇ ਪ੍ਰਾਈਸ ਅਨਾਊਂਸ ਕੀਤਾ ਹੈ ਨਾ, ਕਾਸਟ ਆਫ ਪ੍ਰੋਡਕਸ਼ਨ ਪਲੱਸ 20%, ਉਹ ਆਲਰੇਡੀ ਮਾਰਕੀਟ ਉਹਦੇ ਜ਼ਿਆਦਾ ਪ੍ਰਾਈਸ ਮਿਲ ਰਹੀ ਹੈ। ਜਦ ਤੁਹਾਨੂੰ ਜ਼ਿਆਦਾ ਕੀਮਤ ਮਿਲ ਰਹੀ ਹੈ ਤੁਹਾਨੂੰ ਉਹਦੀ ਜ਼ਰੂਰਤ ਹੀ ਨਹੀਂ ਹੈ। ਇਸ ਤਰੀਕੇ ਨਾਲ ਇਸ ਤਰ੍ਹਾਂ ਹੋਏਗਾ ਜੇ ਅਸੀਂ ਸਾਰੇ 23 ਫਸਲਾਂ 'ਚ ਕਰ ਦੇਵਾਂਗੇ ਤਾਂ ਆਲਰੇਡੀ ਮਾਰਕੀਟ ਵਿੱਚ ਕੀਮਤ ਜ਼ਿਆਦਾ ਮਿਲੇਗੀ, ਸਰਕਾਰ ਨੂੰ ਉਸ 'ਚ ਨਹੀਂ ਸਟੈਪ ਇਨ ਕਰਨਾ ਪਏਗਾ, ਨਹੀਂ ਖਰੀਦਣਾ ਪਏਗਾ। ਇੱਕ ਗੱਲ। ਦੂਸਰੀ ਗੱਲ ਹੈ ਕਿ ਜਦ ਅਸੀਂ ਕਾਰਪੋਰੇਟ ਨੂੰ ਜਿੰਨੇ ਅਸੀਂ ਉਹ ਦਿੰਦੇ ਹੈਗੇ ਆ ਟੈਕਸ ਕੰਸੈਸ਼ਨਸ ਜਾਂ ਜੋ ਸਪੋਰਟ ਦਿੰਦੇ ਆ, ਉਹ ਤਾਂ ਕਦੀ ਕਿਸੇ ਨੇ ਕਿਹਾ ਹੀ ਨਹੀਂ ਦੇਸ਼ ਵਿੱਚ ਕਿ ਪੈਸਾ ਕਿੱਥੋਂ ਆਏਗਾ। ਹਾਂਜੀ, ਸਿਰਫ ਜਦ ਅਸੀਂ ਗਰੀਬ ਆਦਮੀ ਨੂੰ ਜਾਂ ਕਿਸਾਨਾਂ ਨੂੰ ਦੇਣਾ ਚਾਹੁੰਦੇ ਹਾਂ ਤਾਂ ਸਾਡੇ ਦੇਸ਼ ਵਿੱਚ ਹਾਹਾਕਾਰ ਮਚਦਾ ਕਿ ਪੈਸਾ ਕਿੱਥੋਂ ਆਏਗਾ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦੇਣਾ ਹੈ ਕਿ 2009 ਵਿੱਚ ਅਸੀਂ ਕਾਰਪੋਰੇਟਸ ਨੂੰ ਟੈਕਸ ਕੰਸੈਸ਼ਨ ਦਿੱਤੇ ਸੀਗੇ, ਸਟਿਮੂਲਸ ਪੈਕੇਜ ਜਿਹਨੂੰ ਕਹਿੰਦੇ ਹੈਗੇ 1.8 ਲੱਖ ਕਰੋੜ ਸਾਲ ਦਾ, 1,80,000 ਕਰੋੜ ਰੁਪਏ ਦਾ ਪੈਕੇਜ ਦਿੱਤਾ ਸੀਗਾ। ਉਹ 1 ਜਾਂ 2 ਸਾਲ ਚੱਲਣਾ ਚਾਹੀਦਾ ਸੀਗਾ, ਉਹ 10 ਸਾਲ ਹੋ ਗਏ ਸਰ, ਉਹ ਚੱਲੀ ਜਾ ਰਿਹਾ। ਯਾਨੀ ਅਸੀਂ 18 ਲੱਖ ਕਰੋੜ ਤੋਂ ਜ਼ਿਆਦਾ ਲੱਖ ਦੇ ਚੁੱਕੇ ਹਾਂ ਕਾਰਪੋਰੇਟਸ ਨੂੰ, ਕਿਸ ਨੇ ਪੁੱਛਿਆ ਨਹੀਂ ਕਿ ਪੈਸਾ ਕਿੱਥੋਂ ਆਇਆ। ਲੇਕਿਨ ਜੇ ਇਹੀ 18 ਲੱਖ ਅਸੀਂ ਕਾਰਪੋਰੇਟ ਦੇ ਬਜਾਏ ਐਗਰੀਕਲਚਰ ਨੂੰ ਦੇ ਦਿੰਦੇ ਤਾਂ ਤੁਸੀਂ ਦੇਖੋ ਕਿੰਨਾ ਹੰਗਾਮਾ ਦੇਸ਼ ਵਿੱਚ ਹੋ ਜਾਣਾ ਸੀਗਾ। ਕਹਿਣ ਦਾ ਮਤਲਬ ਹੈ ਕਿ ਸਾਡੀ ਸੋਚ ਨੂੰ ਬਦਲਣਾ ਪਏਗਾ, ਸਾਨੂੰ ਇਕਨੋਮਿਕ ਰੈਸ਼ਨਲਾਈਜੇਸ਼ਨ ਕਰਨੀ ਪੈਣਗੀ। ਫਾਈਨੈਂਸ਼ੀਅਲ ਜਿਹੜਾ ਅਸੀਂ ਸਪੋਰਟ ਦਿੰਦੇ ਹੈਗੇ ਆ, ਇਹ ਬਹੁਤ ਗਲਤ ਸਿਸਟਮ ਹੈਗਾ ਕਿ ਤੁਸੀਂ ਯੂ ਹੈਵ ਏ ਸਿਸਟਮ ਵੇਅਰ ਜੋ ਮੈਂ ਕਹਿਣਾ ਆਇਆ ਹੈਗਾ ਕਿ ਵੀ ਹੈਵ ਸੋਸ਼ਲਿਜ਼ਮ ਫਾਰ ਕਾਰਪੋਰੇਟਸ ਐਂਡ ਵੀ ਹੈਵ ਕੈਪੀਟਲਿਜ਼ਮ ਫਾਰ ਫਾਰਮਰਸ। ਆਈ ਥਿੰਕ ਦਿਸ ਹੈਜ਼ ਟੂ ਚੇਂਜ। ਅਸਲੀ ਕਿਸਾਨ ਦੀ ਆਜ਼ਾਦੀ ਤਾਂ ਹੀ ਹੋਏਗੀ ਚਾਹੇ ਮੰਡੀ ਦੇ ਬਾਹਰ ਵੇਚੇ, ਮੰਡੀ ਦੇ ਅੰਦਰ ਵੇਚੇ, ਅਮਰੀਕਾ 'ਚ ਵੇਚੇ, ਯੂਰਪ 'ਚ ਵੇਚੇ, ਉਹਨੂੰ ਇਹ ਪਤਾ ਹੋਵੇਗਾ ਕਿ ਘੱਟ ਤੋਂ ਘੱਟ ਮਿਨੀਮਮ ਸਪੋਰਟ ਪ੍ਰਾਈਸ ਤੋਂ ਉਹਨੂੰ ਉੱਪਰ ਹੀ ਮਿਲੇਗਾ ਜਾਂ ਘੱਟ ਤੋਂ ਘੱਟ ਮਿਨੀਮਮ ਸਪੋਰਟ ਪ੍ਰਾਈਸ ਮਿਲੇਗਾ। ਉਹ ਅਸਲੀ ਆਜ਼ਾਦੀ ਹੋਏਗੀ। ਸ਼ੇਰਾਂ ਨੇ ਦਿੱਲੀ ਘੇਰ ਲਈ, ਸ਼ੇਰਾਂ ਨੇ ਦਿੱਲੀ ਘੇਰ ਲਈ, ਸ਼ੇਰਾਂ ਨੇ ਦਿੱਲੀ। ਕਿਸਾਨੀ ਸੰਘਰਸ਼ ਜਦੋਂ ਤੋਂ ਸ਼ੁਰੂ ਹੋਇਆ ਹੈ, ਇਸ ਦੇ ਨਾਲ ਸੰਬੰਧਿਤ ਗੀਤ ਸੰਗੀਤ ਉਦੋਂ ਤੋਂ ਲਗਾਤਾਰ ਰਿਲੀਜ਼ ਹੋ ਰਿਹਾ ਹੈ। ਰੋਜ਼ ਹੀ ਗੀਤ ਰਿਲੀਜ਼ ਹੁੰਦੇ ਹਨ। ਮਨਮੋਹਨ ਵਾਰਸ ਅਤੇ ਕਮਲ ਹੀਰ ਹੁਣਾਂ ਦਾ ਇਹ ਗੀਤ ਵੀ ਪਿਛਲੇ ਹਫ਼ਤੇ ਰਿਲੀਜ਼ ਹੋਇਆ ਹੈ। ਉਮੀਦ ਕਰਦਾ ਹਾਂ ਪਸੰਦ ਕੀਤਾ ਹੋਵੇਗਾ। ਪੰਜਾਬ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਆਪਣੇ ਹੱਕਾਂ ਦੇ ਵਾਸਤੇ ਔਰ ਦੂਸਰਿਆਂ ਦੇ ਹੱਕਾਂ ਦੇ ਵਾਸਤੇ ਆਵਾਜ਼ ਬੁਲੰਦ ਕਰਦਾ ਰਿਹਾ ਹੈ। ਇੱਥੋਂ ਸੰਘਰਸ਼ ਦੀਆਂ ਲਹਿਰਾਂ ਉੱਠਦੀਆਂ ਰਹੀਆਂ ਹਨ। ਇਤਿਹਾਸ ਇਸ ਦੀ ਗਵਾਹੀ ਭਰਦਾ ਹੈ। ਬਾਕੀ ਜੇ ਸਿੱਖੀ ਦੇ ਵਿੱਚ ਵੇਖੀਏ ਤਾਂ ਸਾਡਾ ਇਹ ਸ਼ਹੀਦੀਆਂ ਦਾ ਦੌਰ ਵਾਲਾ ਜਿਹੜਾ ਹੈ ਇਤਿਹਾਸ ਦੇ ਵਿੱਚੋਂ ਉਹ ਦਿਨ ਚੱਲ ਰਹੇ ਹਨ ਜਦੋਂ ਦਸ਼ਮੇਸ਼ ਪਿਤਾ ਦਾ ਪਰਿਵਾਰ ਵਿਛੜ ਗਿਆ ਔਰ ਪਹਿਲਾਂ ਵੱਡੇ ਸਾਹਿਬਜ਼ਾਦਿਆਂ ਨੇ ਅਤੇ ਹੋਰ ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸਰਸਾ ਨਦੀ ਤੇ ਵਿਛੋੜਾ ਹੋਇਆ, ਬੜਾ ਦੁਖਾਂਤ ਦਾ ਇਤਿਹਾਸ ਹੈ। ਔਰ ਬਾਅਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਅਤੇ
ਮਾਤਾ ਗੁਜਰੀ ਜੀ ਦੀ ਸ਼ਹਾਦਤ, ਬੜਾ ਦੁਖਾਂਤ ਵਾਲਾ ਇਹ ਇਤਿਹਾਸ ਹੈ। ਅਗਲੇ ਹਫਤੇ ਦਾ ਅਸੀਂ ਸਪੈਸ਼ਲ ਪ੍ਰੋਗਰਾਮ ਵੀ ਕਰਾਂਗੇ, ਪਰ ਅੱਜ ਦੇ ਪ੍ਰੋਗਰਾਮ ਦੇ ਆਖੀਰ ਦੇ ਵਿੱਚ ਅਸੀਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਕੁਰਬਾਨੀ, ਭਾਈ ਸਰੂਪ ਸਿੰਘ ਸਰੂਪ ਜੀ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਇਹ ਮਸ਼ਹੂਰ ਧਾਰਮਿਕ ਗੀਤ ਪੇਸ਼ ਕਰਦੇ ਹਾਂ। ਔਰ ਇਸ ਦੇ ਨਾਲ ਨਾਲ ਅਸੀਂ ਹੌਲੀਡੇ ਸੀਜ਼ਨ ਦੇ ਵਾਸਤੇ ਆਪ ਸਾਰਿਆਂ ਦੇ ਵਾਸਤੇ ਸ਼ੁਭ ਇਛਾਵਾਂ ਵੀ ਪੇਸ਼ ਕਰਦੇ ਹਾਂ। ਆਪ ਸਾਰਿਆਂ ਨੂੰ ਅਗਲੇ ਹਫਤੇ ਤੱਕ ਸਤਿ ਸ੍ਰੀ ਅਕਾਲ, ਮੈਰੀ ਕ੍ਰਿਸਮਸ। ਬੋਟੀ ਬੋਟੀ ਹੋ ਗਈ ਨਿਰਸ਼ਲ ਉਹਦੇ ਪਰਿਵਾਰ ਦੀ, ਇਹਦੇ ਵਿੱਚੋਂ ਜੋਤ ਜੱਗੀ ਸਿੱਖੀ ਦੇ ਪਿਆਰ ਦੀ। ਆਂਦਰਾਂ ਅਲੀ